ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਦੇ ਉੱਤੇ। ਤੇ ਬਈ ਬਹੁਤ ਜ਼ਿਆਦਾ ਮੈਸੇजेस ਆਏ ਹੈ ਨਾ ਕਿ ਰੀਡਿੰਗ ਤੇ ਵੀਡੀਓ ਬਣਾਓ ਤੇ ਅੱਜ ਮੈਂ ਇੱਕ ਪੋਸਟ ਵੀ ਪਾਈ ਸੀ, ਉਹਦੇ ਵਿੱਚ ਮੈਂ ਪੁੱਛਿਆ ਸੀ ਕਿ ਕਿਹੜੇ ਮੋਡਿਊਲ ਵਿੱਚ ਤੁਸੀਂ ਜ਼ਿਆਦਾ ਪ੍ਰੋਬਲਮ ਮਤਲਬ ਕਿ ਇਸ਼ੂ ਫੇਸ ਕਰਦੇ ਹੋ। ਤੇ ਆਈ ਥਿੰਕ ਸੋ 63% ਮਤਲਬ ਕਿ ਜਿਹੜੇ ਬੰਦਿਆਂ ਨੇ 154 ਬੋਰਡ ਸੀਗੇ ਉਹਦੇ ਵਿੱਚ 63% ਬੰਦਿਆਂ ਨੇ ਰੀਡਿੰਗ ਹੀ ਕਿਹਾ ਕਿ ਰੀਡਿੰਗ 'ਚ ਹੀ ਪ੍ਰੋਬਲਮ ਆ। ਯਾਰ ਮੇਰੀ ਗੱਲ ਧਿਆਨ ਨਾਲ ਸੁਣੋ, ਰੀਡਿੰਗ ਕੁਛ ਨਹੀਂ ਹੈਗੀ, ਕੁਛ ਵੀ ਨਹੀਂ ਹੈਗੀ ਯਾਰ ਰੀਡਿੰਗ। ਇੱਕ ਤੁਹਾਨੂੰ ਮੈਂ ਫੈਕਟ ਦੱਸਦਾ, ਜਿਹੜੀ ਚੀਜ਼ ਅਸੀਂ ਕਹਾਂਗੇ ਨਾ ਸਾਡੇ ਕੋਲ ਨਹੀਂ ਹੋਣੀ ਉਹੀ ਚੀਜ਼ ਸਾਨੂੰ ਪ੍ਰੋਬਲਮ ਦਿੰਦੀ ਆ। ਕਿੱਦਾਂ ਭਲਾ ਆਪਾਂ ਕਹਿੰਦੇ ਯਾਰ ਰੀਡਿੰਗ ਸਾਡੇ ਕੋਲ ਕਲੀਅਰ ਨਹੀਂ ਹੋਣੀ, ਰੀਡਿੰਗ ਅਸੀਂ ਨਹੀਂ ਕਰ ਸਕਦੇ, ਰੀਡਿੰਗ ਵਿੱਚ ਮੈਨੂੰ ਇਹ ਨਹੀਂ ਆਉਂਦਾ, ਰੀਡਿੰਗ 'ਚ ਮੈਂ ਰਹਿ ਜਾਊਂਗਾ, ਰੀਡਿੰਗ 'ਚ ਮੇਰੇ ਨੰਬਰ ਨਹੀਂ ਆਉਂਦੇ 5.5। ਯਾਰ ਇੱਦਾਂ ਦਾ ਕੋਈ ਫੈਕਟ ਨਹੀਂ ਹੋ। ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਮਾਈਂਡ 'ਚ ਵਾਰ-ਵਾਰ ਸੋਚੋਗੇ, ਠੀਕ ਆ, ਉਹ ਚੀਜ਼ ਡੈਫੀਨੇਟਲੀ ਹੀ ਤੁਹਾਨੂੰ ਨਹੀਂ ਆਊਗੀ। ਕਿੱਦਾਂ, ਮੈਂ ਤੁਹਾਨੂੰ ਫੈਕਟ ਦੱਸਦਾ। ਜਿਵੇਂ ਕਿ ਹੁਣ ਤੁਸੀਂ ਇਹ ਚੀਜ਼ ਨੂੰ ਗੌਰ ਨਾਲ ਦੇਖ ਲਿਓ, ਠੀਕ ਹੈ, ਬਾਕੀ ਗੱਲਾਂ ਬਾਅਦ 'ਚ ਸੋਚਿਓ, ਜੋ ਵੀ ਸੋਚਣੀਆਂ ਮਾਈਂਡ 'ਚ ਚੱਲ ਰਹੀਆਂ ਤੁਹਾਡੇ। ਸਿਰਫ ਇਹ ਵੀਡੀਓ ਨੂੰ ਦੇਖ ਲਿਓ, ਕਿਉਂਕਿ ਮੈਨੂੰ ਪਤਾ ਟਾਸਕ 1 ਦੀ ਵੀਡੀਓ ਪਾਈ ਸੀ, ਉਹਦੇ 'ਤੇ ਇੰਨਾ ਵਧੀਆ ਰਿਸਪੌਂਸ ਨਹੀਂ ਮਿਲਿਆ ਮੈਨੂੰ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਬੰਦਿਆਂ ਨੇ ਕਿਹਾ ਸੀ ਟਾਸਕ 1 'ਤੇ ਵੀਡੀਓ ਪਾਓ, ਪਰ ਆਫਟਰ ਦੈਟ ਸਿਰਫ ਥੋੜ੍ਹੇ ਹੀ ਬੰਦਿਆਂ ਨੇ ਮੇਰੇ ਹਿਸਾਬ ਨਾਲ ਜਿਹੜਾ ਬੰਦਿਆਂ ਨੇ ਕਰਕੇ ਮੇਨ ਸੀ, ਚੱਲ ਮੈਨੂੰ ਫੇਰ ਵੀ ਖੁਸ਼ੀ ਹੈ ਕਿ ਉਹਨਾਂ ਨੂੰ ਥੋੜ੍ਹੀ ਹੈਲਪ ਤਾਂ ਹੋਈ। ਹੁਣ ਤੁਹਾਨੂੰ ਮੈਂ ਰੀਡਿੰਗ ਦੀ ਗੱਲ ਦੱਸਦਾ। ਸਾਡੇ ਕੋਲ ਮੋਡਿਊਲ ਕੀ ਹੁੰਦੇ ਆ, ਆਰ ਰੀਡਿੰਗ ਮੋਡਿਊਲ, ਲਿਸਨਿੰਗ, ਰਾਈਟਿੰਗ ਤੇ ਸਪੀਕਿੰਗ। ਇਹ 3 ਮੋਡਿਊਲ ਨੇ, ਠੀਕ ਆ। ਇਹ ਚੀਜ਼ ਧਿਆਨ ਨਾਲ ਸੁਣ ਲਿਓ। ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਟਫ ਕੀ ਲੱਗਦਾ ਆ ਸਾਰਿਆਂ ਨੂੰ, ਮੈਨੂੰ ਵੀ ਜਿਹੜਾ ਲੱਗਦਾ ਸੀ ਸਟਾਰਟਿੰਗ ਵਿੱਚ, ਰੀਡਿੰਗ। ਲਿਸਨਿੰਗ ਤਾਂ ਕਈ ਬੰਦੇ ਤਾਂ ਕਰਦੇ ਨਹੀਂ, ਯਾਰ ਹੋ ਜੂਗੀ, ਇਹਦੇ ਵਿੱਚ ਤਾਂ ਆ ਹੀ ਜਾਣੇ। ਰਾਈਟਿੰਗ ਚਲੋ ਕੁਝ ਨਹੀਂ, ਆਈ ਥਿੰਕ ਸੋ 60% ਬੰਦੇ ਕਹਿੰਦੇ ਚੱਲ ਆ ਹੀ ਜਾਣੇ, ਹੋ ਜੂਗੀ। ਪਰ ਮੇਰੀ ਜਿਹੜੀਆਂ ਟ੍ਰਿਕ ਐਂਡ ਟਿਪਸ ਆ ਉਹਦੇ ਥਰੂ ਨਾਲ ਤਾਂ ਤੁਹਾਡੇ ਮੈਂ 6 ਬੈਂਡ ਤਾਂ ਯਾਰ ਗਰੰਟੀ ਲੈ ਸਕਦਾ। ਪਰ ਜੇ ਤੁਸੀਂ ਐਕਸਟਰਾ ਐਡ ਕਰੋਗੇ ਤਾਂ ਤੁਹਾਡੇ 6 ਤੋਂ ਲੈ ਕੇ 6.5 6.5 7 ਤੱਕ ਵੀ ਆ ਸਕਦੇ। ਸਪੀਕਿੰਗ ਦੀ ਵੀ ਮੈਂ ਵੀਡੀਓ ਬਣਾਈ ਆ, ਉਹਦੇ ਨਾਲ ਤੁਹਾਡੇ 6 ਬੈਂਡ ਕਿਤੇ ਨਹੀਂ ਜਾਂਦੇ ਯਾਰ, ਕਿਤੇ ਨਹੀਂ ਜਾਂਦੇ ਜੇ ਤੁਸੀਂ ਉਹ ਚੀਜ਼ਾਂ ਬੋਲੋਗੇ ਜੋ ਮੈਂ ਵੀਡੀਓ ਵਿੱਚ ਦੱਸੀਆਂ, ਜੋ ਮੈਂ ਆਲਰੇਡੀ ਪੋਸਟ ਕੀਤੀ ਆਪਣੇ ਉਹਦੇ 'ਤੇ। ਲਿਸਨਿੰਗ ਦੇ ਟਿਪਸ ਵੀ ਮੈਂ ਦੱਸੇ ਆ, ਉਹ ਵੀ ਕਿਤੇ ਨਹੀਂ ਜਾਂਦੇ, ਠੀਕ ਆ। ਰੀਡਿੰਗ ਵਿੱਚ ਆਪਾਂ ਕੀ ਕਰਦੇ ਆ, ਰੀਡਿੰਗ ਦੀ ਯਾਰ ਪ੍ਰੈਕਟਿਸ ਹੀ ਨਹੀਂ ਕਰਦੇ। ਹੁਣ ਬੰਦੇ ਕਹੋਗੇ ਅਸੀਂ ਕਰਦੇ ਹਾਂ, ਯਾਰ ਤੁਸੀਂ ਪ੍ਰੈਕਟਿਸ ਕਰਦੇ ਹੋ, ਠੀਕ ਆ। ਜਦੋਂ ਤੁਹਾਡੇ ਆਨਸਰ ਆਨਸਰ ਤੁਹਾਡੇ ਰਹਿ ਜਾਂਦੇ ਨਾ, ਇਹ 17 ਸਹੀ ਨਿਕਲਦੇ ਆ ਆਊਟ ਆਫ 40, ਤੁਸੀਂ ਪਤਾ ਕੀ ਕਰਦੇ ਹੋ, ਯਾਰ ਹੁਣ ਨਹੀਂ ਕਰਨਾ ਪੈਸੇ 'ਚ, ਬੋਰ ਹੋ ਜਾਂਦੇ ਹੋ, ਠੀਕ ਆ। ਬੋਰ ਹੋ ਜਾਣ ਕਰਕੇ ਤੁਸੀਂ ਕੀ ਕਰਦੇ ਹੋ, ਉਹਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਲਿਸਨਿੰਗ ਵਿੱਚੋਂ ਕਈਆਂ ਦੇ ਆ ਜਾਂਦੇ ਨੇ 32, ਉਹ ਵਾਓ ਨਜ਼ਾਰੇ ਹੀ ਆ ਗਏ ਬਾਈ, ਬੈਂਡ ਆ ਗਏ, ਸਾਡੇ ਤਾਂ 7। ਰਾਈਟਿੰਗ ਵਿੱਚੋਂ ਚੱਲ ਤੁਹਾਡੇ ਉੱਥੇ ਉਹੀ ਚੈੱਕ ਕਰਦੇ ਹੋਣੇ ਜਿਹੜੇ ਇੰਸਟੀਟਿਊਟ 'ਚ ਤੁਸੀਂ ਕਰਦੇ ਹੋ, ਪਰ ਮੇਰੀ ਟ੍ਰਿਕ ਵਾਲਾ ਫੋਲੋ ਕਰੋ, ਤੁਹਾਨੂੰ ਇੰਸਟੀਟਿਊਟ ਜਾਣ ਦੀ ਵੀ ਲੋੜ ਨਹੀਂ ਆ। ਸਪੀਕਿੰਗ ਨੋਰਮਲੀ ਕਿਸੇ ਵੀ ਫਰੈਂਡ ਜਾਂ ਕਿਸੇ ਨਾਲ ਬੋਲਣ ਦੀ ਕੋਸ਼ਿਸ਼ ਕਰੋ, ਇਕੱਲੇ ਹੀ ਬੋਲੋ। ਮੈਂ ਖੁਦ ਇਕੱਲਾ ਹੀ ਬੋਲਦਾ ਸੀਗਾ ਸਪੀਕਿੰਗ, ਯਾਰ ਮਿਰਰ ਦੇ ਵਿੱਚ ਖੜੇ ਹੋ ਕੇ ਬੋਲੀ ਜਾਓ, ਗਲਤ ਬੋਲੋ ਜੋ ਮਰਜ਼ੀ ਬੋਲੋ, ਇਹ ਕਿ ਤੁਹਾਡੇ ਗਲਤ ਬੋਲਣ ਕਿਉਂਕਿ ਆਈਡੀਆ ਤੁਹਾਡੇ ਦਿਮਾਗ 'ਚ ਆਉਣੇ ਸਟਾਰਟ ਹੋ ਜਾਊਗੇ ਕਿ ਇਹ ਹੈ ਕਿ ਤੁਸੀਂ ਜੇ ਤੁਹਾਨੂੰ ਕੋਈ ਕੁਐਸਚਨ ਪੁੱਟ ਕਰਦਾ ਤਾਂ ਫਟਾਫਟ ਉਹਦਾ ਆਨਸਰ ਦਿਓ। ਚਲੋ ਅੱਜ ਦਾ ਟੌਪਿਕ ਲਿਸਨਿੰਗ ਹੈ, ਇਹ ਆਪਾਂ ਟੌਪਿਕ ਬਾਅਦ 'ਚ ਕਰਾਂਗੇ ਸਾਰੇ ਕੰਪਲੀਟ। ਰੀਡਿੰਗ ਵਿੱਚ ਇੱਕ ਚੀਜ਼ ਆਪਣੇ ਦਿਮਾਗ 'ਚ ਰੱਖੋ, ਇਹਨੂੰ ਤੁਸੀਂ ਹਲਕੇ 'ਚ ਨਹੀਂ ਲੈਣਾ ਕਿ ਯਾਰ ਨਹੀਂ 17 ਆਏ ਆ, ਛੱਡ ਮੈਂ ਨਹੀਂ ਕਰਨੀ ਰੀਡਿੰਗ ਦੇਖੀ ਜਾਊਗੀ ਪੇਪਰ ਦੇ ਵਿੱਚ, ਠੀਕ ਆ। ਮੇਰੇ ਵੀ ਯਾਰ ਮਾਰਕਸ ਪਤਾ ਕਿੱਦਾਂ ਆਉਂਦੇ ਸੀਗੇ ਰੀਡਿੰਗ ਦੇ, ਕਈ ਵਾਰੀ 31 ਆਊਟ ਆਫ 40, ਠੀਕ ਹੈ, ਕਈ ਵਾਰੀ ਦੇਖੀ ਜਾਇਓ 23 ਆਊਟ ਆਫ 40, ਕਈ ਵਾਰੀ 17 ਆਊਟ ਆਫ 40, ਕਈ ਵਾਰੀ 34 ਆਊਟ ਆਫ 40। ਮੇਰੇ ਕਦੀ ਵੀ ਇੱਕ ਸਾਰ ਨਹੀਂ ਰਹੇ, ਜਿਹਦੇ ਕਰਕੇ ਮੈਂ ਕਨਫਿਊਜ਼ ਰਹਿੰਦਾ ਸੀ, ਯਾਰ ਐਗਜ਼ਾਮ ਦਵਾਂ ਨਾ। ਜਦੋਂ ਮੇਰੇ 31 ਆ ਜਾਂਦੇ ਸੀ, ਯਾਰ ਮੈਂ ਰੈਡੀ ਹਾਂ ਐਗਜ਼ਾਮ ਲਈ, ਠੀਕ ਆ। ਫਿਰ 23 ਆ ਜਾਂਦੇ ਸੀ, ਯਾਰ ਐਗਜ਼ਾਮ ਨਹੀਂ ਦੇਣਾ। 17 ਆ ਜਾਂਦੀ, ਨਹੀਂ ਦੇਣਾ। 34 ਆ ਜਾਂਦੀ ਸੀ, ਨਹੀਂ ਦੇਣਾ। ਹੁਣ ਤੁਹਾਨੂੰ ਮੈਂ ਫੈਕਟ ਦੱਸਦਾ ਕਿ ਮੈਂ ਐਗਜ਼ਾਮ ਕਿਵੇਂ ਦਿੱਤਾ। ਹੁਣ ਮੈਂ ਇੱਕ ਚੀਜ਼ ਦੇਖੀ ਕਿ ਮੇਰੇ ਮਾਰਕਸ ਇੱਦਾਂ ਕਿਉਂ ਆਉਂਦੇ ਨੇ, ਇੱਕ ਵਾਰੀ 30 ਆ ਜਾਂਦੇ, ਇੱਕ ਵਾਰੀ 23 ਆ ਜਾਂਦੇ, ਇੱਕ ਵਾਰੀ 17 ਆ ਜਾਂਦੇ, ਇੱਕ ਵਾਰੀ 34 ਆ ਜਾਂਦੇ। ਯਾਰ ਦਿਮਾਗ ਤਾਂ ਸਾਰਿਆਂ ਦਾ ਸੇਮ ਹੀ ਹੁੰਦਾ, ਪਰ ਇਵੇਂ ਕਿਵੇਂ ਆ ਜਾਂਦੇ ਨੇ। ਫਿਰ ਮੈਂ ਇੱਕ ਚੀਜ਼ ਦੇਖੀ ਕਿ ਜਿਨ੍ਹਾਂ ਵਿੱਚੋਂ ਮੇਰੇ 31 ਆ ਰਹੇ ਨੇ, ਅਤੇ ਜੇ 34 ਆ ਰਹੇ ਨੇ, ਅਤੇ ਜਿਹੜੇ 27 ਆ ਰਹੇ ਨੇ, ਉਹ ਕਿਉਂ ਆ ਰਹੇ ਆ, ਹੈ ਨਾ। ਮੈਂ ਕਿਹਾ ਕਿਉਂ ਆ ਰਹੇ, ਇਹ ਵਾਲੀ ਰੀਡਿੰਗ 'ਚੋਂ ਇੰਨੇ ਆ ਰਹੇ ਨੇ, ਅਤੇ ਇਹ ਵਾਲੀ ਰੀਡਿੰਗ 'ਚੋਂ ਮੇਰੇ 17 ਐਂਡ 23 ਕਿਉਂ ਰਹਿ ਰਹੇ ਆ। ਮਤਲਬ ਕਿ ਇਹਦੇ ਵਿੱਚ ਇੱਦਾਂ ਦੀ ਕਿਹੜੀ ਚੀਜ਼ ਹੈ ਜਿਹਦੇ ਕਰਕੇ ਮੇਰੇ ਇੰਨੇ ਮਾਰਕਸ ਆ ਰਹੇ ਆ। ਧਿਆਨ ਨਾਲ ਇਹ ਗੱਲ ਦੇਖਿਓ। ਫਿਰ ਮੈਂ ਬਾਈ ਆਪਣਾ ਦਿਮਾਗ ਲਗਾਇਆ, ਮੈਂ ਬੈਠ ਕੇ ਸੋਚਿਆ, ਮੈਂ ਉਹ ਵਾਲੀ ਰੀਡਿੰਗ ਜਿਹਦੇ ਵਿੱਚ ਮੇਰੇ ਇੰਨੇ ਮਾਰਕਸ ਆ ਰਹੇ ਸੀ, ਉਹ ਬਾਰ-ਬਾਰ ਉਹਨਾਂ ਨੂੰ ਰੀਡ ਕੀਤਾ ਕਿ ਕਿਉਂ ਆ ਰਹੇ ਨੇ। ਉਹਦੇ ਵਿੱਚ ਮੈਂ ਇੱਕ ਚੀਜ਼ ਕਾਮਨ ਪਾਈ। ਕੀ ਪਾਈ? ਉਹਨਾਂ ਦੇ ਵਿੱਚ ਹਰ ਇੱਕ ਦੇ ਵਿੱਚ ਇੱਕ ਮੋਡਿਊਲ 'ਚ ਮੇਰੇ 8 ਫਿਲਿੰਗ ਦਾ ਬਲੈਂਕ ਸੀਗੇ। ਸੈਕਿੰਡ ਵਿੱਚ ਵੀ ਉਹਦੇ ਵਿੱਚ ਲਗਾ ਲਓ
ਮੇਰੇ ਹਿਸਾਬ ਨਾਲ 5 ਫਿਰ ਫਿਲਿੰਗ ਦਾ ਬਲੈਂਕ ਸੀਗੇ। ਲਾਸਟ ਵਨ ਥਰਡ ਪੈਰੇ ਵਿੱਚ ਵੀ ਫਿਰ 5 ਫਿਲਿੰਗ ਦਾ ਬਲੈਂਕ ਸੀਗੇ। ਯਾਰ 17 ਨੰਬਰ ਤਾਂ ਮੈਂ ਇੱਥੋਂ ਹੀ ਲੈ ਲਏ ਸੀਗੇ। ਧਿਆਨ ਨਾਲ ਦੇਖਿਓ, ਫਿਲਿੰਗ ਇਨ ਦਾ ਬਲੈਂਕ ਸਭ ਤੋਂ ਜ਼ਿਆਦਾ ਈਜ਼ੀ ਹੁੰਦੇ ਆ। ਮੈਂ ਜਿਹਦੇ ਤੇ ਟੌਪਿਕ ਤੇ ਵੀਡੀਓ ਬਣਾ ਰਿਹਾ ਹਾਂ, ਬਹੁਤ ਈਜ਼ੀ ਹੁੰਦੇ ਆ ਫਿਲਿੰਗ ਇਨ ਦਾ ਬਲੈਂਕਸ। ਮੈਂ ਫੈਕਟ ਲਗਾਇਆ ਕਿ ਯਾਰ ਜਿਨ੍ਹਾਂ ਵਿੱਚੋਂ ਮੇਰੇ 31 34 ਤੇ 27 ਆ ਰਹੇ, ਉਹਨਾਂ ਵਿੱਚ ਫਿਲਿਪਸ ਜਿਹੜੇ ਨੇ ਨਾ ਉਹ ਹਰ ਇੱਕ ਪੈਸੇਜ ਦੇ ਵਿੱਚ ਦਿੱਤੇ ਨੇ। ਪਹਿਲੇ ਵਿੱਚ ਉਹਦੇ 8 ਸੀ, ਦੂਜੇ ਵਿੱਚ 5 ਸੀ, ਤੀਜੇ ਵਿੱਚ ਫੇਰ 5 ਸੀ, ਜਾਂ ਕਈ ਵਾਰੀ ਪਹਿਲੇ ਵਿੱਚ 5 ਸੀ, ਦੂਜੇ ਵਿੱਚ 8 ਸੀ, ਤੀਜੇ ਵਿੱਚ ਫੇਰ। ਤੇ ਮੈਂ ਸੋਚਿਆ ਯਾਰ ਵਾਹ, ਮੈਂ ਕਿਹਾ ਇਹ ਫੈਕਟ ਸੀਗਾ। ਮੈਂ ਦਿਮਾਗ ਲਗਾਇਆ ਕਿ ਕੀ ਫੈਕਟ ਸੀਗਾ, ਕਿਉਂਕਿ ਮੇਰੇ ਫਿਲਿੰਗ ਇਨ ਦਾ ਬਲੈਂਕਸ ਮੈਨੂੰ ਸਭ ਤੋਂ ਈਜ਼ੀ ਲੱਗਦੇ, ਕਿਉਂਕਿ ਉਹਦੇ ਵਿੱਚ ਆਪਾਂ ਸਿਰਫ ਔਰ ਸਿਰਫ ਵਰਡਿੰਗ ਦੇਖ ਕੇ ਮੈਚ ਕਰਕੇ ਉਹਦੇ ਆਨਸਰ ਠਾ ਕਰਕੇ ਲਗਾ ਦੇਣੇ ਆ, ਥੋੜ੍ਹਾ ਜਿਹਾ ਸਮਝ ਕਰਕੇ, ਜਿਹੜਾ ਮੈਂ ਅੱਜ ਤੁਹਾਨੂੰ ਐਕਸਪਲੇਨ ਕਰੂੰਗਾ ਉਹ ਚੀਜ਼। ਠੀਕ ਹੈ। ਫਿਰ ਜਿਹੜੇ ਮੇਰੇ ਯਾਰ ਦੇਖੋ, ਮੇਰੇ ਲਿਸਟ ਆਫ ਹੈਡਿੰਗ ਵੀ ਜਿੱਦਾਂ ਫੋਰ ਐਗਜ਼ਾਮਪਲ ਸਮ ਲਿਸਟ ਆਫ ਹੈਡਿੰਗ ਲਗਾ ਲਓ 6 ਆਏ ਆ, 6 ਵਿੱਚੋਂ ਮੇਰੇ 5 ਤਾਂ ਡੈਫੀਨੇਟਲੀ ਸਹੀ ਹੋ ਜਾਂਦੇ ਸੀਗੇ, ਕਿ ਉਹ ਜਿਹੜੀ ਟ੍ਰਿਕ ਮੈਂ ਤੁਹਾਨੂੰ ਦੱਸੀ ਹੈ ਲਿਸਟ ਆਫ ਹੈਡਿੰਗ ਦੀ ਉਹਦੇ ਨਾਲ। ਬਟ ਜਿਹੜੇ ਮੈਨੂੰ ਸਮਝ ਨਹੀਂ ਆਉਂਦੇ ਸੀ ਰੀਡਿੰਗ ਦੇ, ਉਹ ਮੈਂ ਕੀ ਕਰਦਾ ਸੀ, ਜਦੋਂ ਮੈਂ ਕੁਐਸਚਨ ਸੋਲਵ ਕਰਦਾ ਸੀ, ਆਹ ਵਾਲਾ ਨਹੀਂ ਲੱਭਿਆ, 1 ਮਿੰਟ ਇੱਥੇ ਸਪੈਂਡ ਕਰਨਾ, ਉਸ ਤੋਂ ਬਾਅਦ ਇਹਨੂੰ ਛੱਡ ਦੇਣਾ, ਚੱਲ ਗਿਆ। ਤੁਹਾਨੂੰ ਮੈਂ ਦੱਸਦਾ ਫੈਕਟ, 40 ਕੁਐਸਚਨ ਹੁੰਦੇ ਆ। 40 ਵਿੱਚੋਂ ਮੈਂ ਕੀ ਕੀਤਾ, ਜਿਹਦੇ ਵਿੱਚ ਮੈਨੂੰ 20 ਕੁਐਸਚਨ ਆਉਂਦੇ ਸੀ, ਠੀਕ ਹੈ, ਬਾਕੀ 20 ਮੈਂ ਲੀਵ ਕਰ ਦਿੱਤੇ। ਮੈਂ ਕਿਹਾ ਇਹ ਬਾਅਦ 'ਚ ਕਰਾਂਗੇ। ਕਈ ਬੰਦੇ ਹੌਚ ਪੌਚ ਹੋ ਜਾਂਦੇ, ਯਾਰ 40 ਤਾਂ 40 ਅਟੈਂਪਟ ਕਰਨੇ ਆ, ਯਾਰ ਸਾਨੂੰ ਸਿਰਫ 23 ਚਾਹੀਦੇ ਆ ਰੀਡਿੰਗ 'ਚ। 20 ਮੈਂ ਸ਼ਿਓਰ ਸੀ ਮੇਰੇ ਸਹੀ ਆ। ਉਸ ਤੋਂ ਬਾਅਦ ਐਂਡ 'ਚ ਬਹਿ ਗਿਆ ਮੈਂ ਸਾਰਾ, ਮਤਲਬ ਕਿ ਐਗਜ਼ਾਮ 'ਚੋਂ ਮੇਰੇ ਕੋਲ 30 ਮਿੰਟ ਆਈ ਥਿੰਕ ਸੋ 40 ਮਿੰਟ ਬਚੇ ਸੀਗੇ। ਫਿਰ 20 ਮੇਰੇ ਕੁਐਸਚਨ ਬਚੇ ਸੀ। 20 ਵਿੱਚੋਂ ਮੈਂ ਕਿਹਾ ਯਾਰ ਮੈਨੂੰ 3 ਕੁਐਸਚਨ ਚਾਹੀਦੇ ਆ ਜਿਹੜੇ ਮੈਂ ਠੀਕ ਕਰਾਂ। ਮੈਂ ਬਈ ਲਿਸਟ ਆਫ ਹੈਡਿੰਗ ਖੋਲ੍ਹ ਲਈ, ਉਹਦੇ ਵਿੱਚੋਂ ਚਲ ਮੇਰੇ ਆ ਜਾਂਦੇ ਸੀ। ਫਿਰ MCQs ਖੋਲ੍ਹ ਲਏ, ਮੈਂ ਬਹਿ ਕੇ ਸੋਚੀ ਗਿਆ ਇਹਦਾ ਆਨਸਰ ਕੀ, ਉਸ ਤਸੱਲੀ ਨਾ ਕੀਤੇ। ਮੈਂ ਬਾਈ ਮੰਨਣਾ ਨਹੀਂ ਤੁਸੀਂ, ਮੈਂ ਆਈ ਥਿੰਕ ਸੋ 3 ਕੁਐਸਚਨ ਸੀਗੇ, ਕਿਉਂਕਿ ਮੇਰੇ ਕੋਲ ਟਾਈਮ ਘੱਟ ਸੀ, ਠੀਕ ਹੈ, ਅਤੇ ਮੈਂ 3 ਕੁਐਸਚਨਾਂ ਦੇ ਉੱਤੇ ਆਪਣੇ 40 ਮਿੰਟ ਲਗਾ ਦਿੱਤੇ, ਠੀਕ ਆ। 5 ਕੁਐਸਚਨਾਂ ਦੇ ਉੱਤੇ 5 ਵਿੱਚੋਂ ਮੇਰੇ 4 ਕੁਐਸਚਨ ਮੇਰੇ ਹਿਸਾਬ ਨਾਲ ਸਹੀ ਸੀ, ਕਿਉਂਕਿ ਆਨਸਰ ਤਾਂ ਉਹ ਦੱਸਦੇ ਨਹੀਂ ਹੋ, ਠੀਕ ਹੈ। 20 + 4 24 ਹੋ ਗਏ, ਠੀਕ ਹੈ। ਮੇਰੇ ਇਹ ਚੀਜ਼ਾਂ, ਬਾਕੀ ਜਿਹੜੇ ਕੁਐਸਚਨ ਸੀ ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ। ਅਸੀਂ ਇਹਦੇ ਵਿੱਚ ਬਾਈ ਕੋਈ ਡਿਗਰੀ ਨਹੀਂ ਕਰਨੀ, ਆਇਲਸ ਨੂੰ ਬਸ ਕਲੀਅਰ ਕਰਨੀ। ਸਾਡਾ ਮੇਨ ਮੋਟਿਵ ਆ ਕੈਨੇਡਾ, ਠੀਕ ਹੈ, ਕੈਨੇਡਾ ਜਾਣਾ ਆ, ਆਸਟ੍ਰੇਲੀਆ ਜਾਣਾ, ਜਿੱਥੇ ਵੀ ਵਟ ਐਵਰ ਯੂ ਵਾਂਟ ਟੂ ਗੋ, ਤੁਹਾਡਾ ਉਹ ਮੋਟਿਵ ਆ। ਰੀਡਿੰਗ ਨੂੰ ਇੱਦਾਂ ਨਾ ਕਰੋ, ਕਈ ਕਹਿੰਦੇ ਨੇ ਅਖਬਾਰਾਂ ਪੜ੍ਹੋ, ਕਈ ਕਹਿੰਦੇ ਨੇ ਉਹ ਕਰੋ, ਨਾ, ਫਰੈਸ਼ ਮਾਈਂਡ ਨਾਲ ਹੋ ਕੇ ਆਪਣੀ ਰੀਡਿੰਗ ਕਰੋ। ਦੂਜਾ, ਸਿਨੋਨੀਅਮ ਅਤੇ ਵਰਡ ਦਾ ਮੀਨਿੰਗ ਜ਼ਰੂਰ ਸਮਝੋ, ਠੀਕ ਹੈ। ਫੋਰ ਐਗਜ਼ਾਮਪਲ ਮੈਨੂੰ ਬਈ ਐਂਬੀਐਂਸ ਕਹਿ ਸਕਦੇ ਹੋ, ਉਹਦਾ ਮੈਨੂੰ ਮਤਲਬ ਨਹੀਂ ਪਤਾ ਸੀ, ਮਾਹੌਲ, ਠੀਕ ਹੈ। ਇੱਕ ਪ੍ਰੀਵਿਲੇਜ ਕੁਛ ਇੱਦਾਂ ਕਰਕੇ ਵਰਡ ਆ, ਉਹਦੇ ਬਾਅਦ ਨਹੀਂ, ਉਹ ਸੀਗਾ ਅਧਿਕਾਰ। ਉਹਦੇ ਉੱਤੇ ਵੀ ਮੈਂ ਤੁਹਾਨੂੰ ਵੀਡੀਓ ਬਣਾਊਂਗਾ, ਜਿਹੜੇ ਵਰਡ ਮੈਂ ਖੁਦ ਲਿਖੇ ਪਏ ਨੇ ਹਿੰਦੀ ਵਿੱਚ। ਆਹ ਦੇਖੋ, ਮੈਂ ਤੁਹਾਨੂੰ ਇਹ ਵਰਡ ਦੇ ਉੱਤੇ ਨਾ ਪੂਰਾ, ਆਹ ਦੇਖੋ ਸਾਰੇ ਵਰਡ ਮੈਂ ਹਿੰਦੀ ਵਿੱਚ ਲਿਖੇ ਪਏ ਨੇ, ਹਿੰਦੀ ਪੰਜਾਬੀ ਸਾਰੇ ਵਿੱਚ ਆ ਲਿਖੇ। ਦੇਖੋ ਹੁਣ ਤੁਸੀਂ ਕਹਿ ਸਕਦੇ ਹੋ ਕਿ ਕਿਵੇਂ ਆਇਲਸ ਕਲੀਅਰ ਹੁੰਦੀ ਆ, ਆਇਲਸ ਕਲੀਅਰ ਇਵੇਂ ਹੁੰਦੀ ਆ, ਆਹ ਦੇਖ ਸਕਦੇ ਹੋ। ਇਹ ਸਿਰਫ ਔਰ ਸਿਰਫ ਰੀਡਿੰਗ ਕਰਕੇ। ਇਹ ਇੰਨੇ ਕੁ ਵਰਡ ਨੇ ਕਿ ਬਾਈ ਮੈਂ ਲਿਖ ਕੇ ਪਾਗਲ ਹੋ ਜਾਂਦਾ, ਡੇਲੀ ਰੱਟਾ ਲਗਾਉਂਦਾ ਸੀ ਬਹਿ ਕੇ, ਇਵੇਂ ਹੱਥ ਰੱਖ ਕੇ, ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਕੀ ਹੈ, ਠੀਕ ਹੈ। ਇਹ ਚੀਜ਼ਾਂ ਤੁਹਾਨੂੰ ਪਤਾ, ਜਦੋਂ ਇਹ ਚੀਜ਼ਾਂ ਮੈਨੂੰ ਆ ਗਈਆਂ ਬਾਈ, ਮੇਰੇ ਤਾਂ ਮਿੰਟਾਂ ਵਿੱਚ ਮਤਲਬ ਕਿ ਸੋਲਵ ਹੋਣ ਲੱਗ ਪਈ ਰੀਡਿੰਗ ਵੀ, ਕਿਉਂਕਿ ਮੈਨੂੰ ਸਮਝ ਆ ਗਈਆਂ ਸੀ, ਫੈਕਟ ਸਮਝ ਆ ਗਿਆ ਸੀ। ਆਹ ਦੇਖੋ ਕਿੰਨੇ ਵਰਡ ਆ ਬਾਈ। ਮਿਹਨਤ ਸਾਰਿਆਂ ਨੂੰ ਕਰਨੀ ਪੈਂਦੀ ਆ, ਪਰ ਮਿਹਨਤ ਥੋੜ੍ਹੀ ਦਿਮਾਗ ਨਾਲ ਕਰਨੀ ਆ। ਆਪੇ ਐਵੇਂ ਨਹੀਂ ਮਿਹਨਤ ਕਰਨੀ ਕਿ ਬਸ ਐਵੇਂ ਹਵਾ 'ਚ ਤੀਰ ਲਾਈ ਜਾਣੇ ਆ, ਠੀਕ ਆ। ਜ਼ਿਆਦਾ ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ ਮੈਂ ਸ਼ੁਰੂ ਕਰਦਾ ਹਾਂ ਅੱਜ ਫਿਲਿੰਗ ਦਾ ਬਲੈਂਕਸ, ਠੀਕ ਹੈ। ਚਲੋ ਫਿਰ ਸ਼ੁਰੂ ਕਰੀਏ ਰੀਡਿੰਗ ਦੇ ਫਿਲਿੰਗ ਇਨ ਦਾ ਬਲੈਂਕਸ ਨੂੰ ਸ਼ੁਰੂ ਕਰਦੇ ਹਾਂ। ਜਿਹੜੀ ਮੈਂ ਤੁਹਾਨੂੰ ਪਹਿਲਾਂ ਨੌਲੇਜ ਦਿੱਤੀ ਹੈ ਨਾ ਮੇਰਾ ਵੀਰ, ਇਹਨੂੰ ਧਿਆਨ ਨਾਲ ਸਮਝ ਲਿਓ। ਜਿਹੜੀ ਮੈਂ ਤੁਹਾਨੂੰ ਪਿੱਛੇ ਦੱਸੀ ਆ ਟਿਪਸ ਐਂਡ ਟ੍ਰਿਕ ਤੇ ਵੀ ਰੀਡਿੰਗ ਦੇ ਮੈਂ ਦੱਸੂਗਾ ਕਿ ਤੁਸੀਂ ਟਾਈਮ ਨੂੰ ਕਿਵੇਂ ਮੈਨੇਜ ਕਰ ਸਕਦੇ ਹੋ, ਉਹਦੇ ਉੱਤੇ ਵੀ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ। ਪਹਿਲਾਂ ਅੱਜ ਦਾ ਟੌਪਿਕ ਆਪਾਂ ਕੰਪਲੀਟ ਕਰੀਏ, ਫਿਲਿੰਗ ਇਨ ਦਾ ਬਲੈਂਕਸ। ਫੋਰ ਐਗਜ਼ਾਮਪਲ ਆਹ ਬੁੱਕ ਆ, ਮੈਂ ਕਈਆਂ ਨੂੰ PDF ਵੀ ਸੈਂਡ ਕੀਤੀ ਹੈ ਇਹ ਬੁੱਕ ਦੀ, ਠੀਕ ਹੈ। ਕਈ ਬੰਦੇ ਕਹਿੰਦੇ ਨੇ ਬੁੱਕ ਦੀ ਸਾਈਜ਼, ਕਿਉਂਕਿ ਯਾਰ ਮੇਰੇ ਕੋਲ ਰੀਡਿੰਗ ਦੇ ਯਾਰ ਸੀਗਾ ਅਲੱਗ ਤੋਂ ਪਈਆਂ ਹੋਈਆਂ, ਜਿੱਦਾਂ ਮਤਲਬ ਕਿ ਸਾਡੇ ਕੋਲ ਆਪਾਂ ਰੀਡਿੰਗ ਵਗੈਰਾ ਕਰੀ ਦੀ ਆ, ਉਹਦਾ ਹੁੰਦੇ ਨਾ ਨੋਟਸ ਵਗੈਰਾ, ਪਰ ਉਹਦੇ ਉੱਤੋਂ ਮੈਂ ਕਰਾਉਣਾ ਵਧੀਆ ਨਹੀਂ ਸਮਝਿਆ, ਕਿਉਂਕਿ ਯਾਰ ਉਹ ਹੌਚ ਪੌਚ ਹੋਇਆ ਪਿਆ ਸਭ ਕੁਝ ਕੰਮ, ਠੀਕ ਆ। ਉਹ ਵੀ ਮੈਂ ਦੁਬਾਰਾ ਤੋਂ ਪ੍ਰਿੰਟ ਆਊਟ ਕਢਾ ਕੇ ਉਹਦੇ ਤੋਂ ਵੀ ਸ਼ੁਰੂ ਕਰ ਦੂੰਗਾ ਰੀਡਿੰਗ ਕਰਾਣੀ। ਪਰ ਅੱਜ ਤੁਸੀਂ ਫਿਲਿੰਗ ਇਨ ਦਾ ਬਲੈਂਕਸ ਦੇਖ ਲਓ ਕਿ ਇਹਨੂੰ ਕਿਵੇਂ ਸੋਲਵ ਕਰਨਾ ਆ। ਸੋ ਚਲੋ, ਫਸਟ ਆ ਸਾਡਾ ਟੌਪਿਕ ਆਪਣਾ ਇਹ ਪੜ੍ਹਨਾ ਜਿਵੇਂ ਰੀਡਿੰਗ ਸਾਡੀ ਸਟਾਰਟ ਹੁੰਦੀ ਆ, ਦੀ ਇੰਪੋਰਟੈਂਸ ਆਫ ਚਿਲਡਰਨ ਪਲੇ। ਇਹ ਵਾਲੀ ਚੀਜ਼ ਨੂੰ ਦਿਮਾਗ 'ਚ ਰੱਖ ਲੈਣਾ, ਠੀਕ ਹੈ। ਇੰਪੋਰਟੈਂਸ ਆਫ ਚਿਲਡਰਨ ਪਲੇ। ਸਾਡੇ ਕੋਲ ਟਾਈਮ ਕਿੰਨਾ ਆ? ਫੋਰ ਐਗਜ਼ਾਮਪਲ 60 ਮਿੰਟ।
60 ਮਿੰਟ ਆ, ਇਹਦੇ ਉੱਤੇ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਨਾ। ਹੁਣ ਦੇਖਿਓ ਮੈਂ ਕਿਵੇਂ ਇਹਨਾਂ ਨੂੰ ਕਰੂੰਗਾ ਸੋਲਵ, ਠੀਕ ਆ। ਓਕੇ, ਹੁਣ ਦੇਖੋ ਮੈਂ ਤੁਹਾਡੇ ਸਾਹਮਣੇ ਕਰਨ ਲੱਗਾ ਸੋਲਵ, ਠੀਕ ਆ। ਬਿਲਡਿੰਗ ਏ ਮੈਜੀਕਲ ਕਿੰਗਡਮ ਮੇ ਹੈਲਪ ਡੈਵਲਪ ਆਹ ਚੀਜ਼ ਦੇਖੋ, ਓਨਲੀ 1 ਵਰਡ ਓਨਲੀ। ਇਹਦੇ ਵਿੱਚ ਕਨਫਿਊਜ਼ ਨਾ ਹੋਇਆ ਕਰੋ, 2 ਵਰਡ ਆ ਤਾਂ 2 ਵਰਡ ਜ਼ਰੂਰੀ ਨਹੀਂ ਹੁੰਦਾ ਕਿ ਜਿੱਥੇ ਲਿਖਿਆ 2 ਵਰਡ ਓਨਲੀ ਤਾਂ ਆਪਾਂ 2 ਵਰਡ ਹੀ ਉਹਦਾ ਆਨਸਰ ਆਊਗਾ, ਨਹੀਂ। 1 ਵਰਡ ਓਨਲੀ ਤਾਂ 1 ਵਰਡ ਵਿੱਚ ਵੀ ਇਹਦਾ ਆਨਸਰ ਆਊਗਾ। ਹੁਣ ਬਿਲਡਿੰਗ ਏ ਮੈਜੀਕਲ, ਦੇਖੋ ਇਹਦਾ ਵਰਡ, ਹੁਣ ਮੈਂ ਆਹ ਚੀਜ਼ ਦੇਖਣਾ ਮੈਜੀਕਲ ਕਿੰਗਡਮ ਕਿੱਥੇ ਆ। ਆ ਦੇਖੋ ਬਿਲਡਿੰਗ ਏ ਮੈਜੀਕਲ ਕਿੰਗਡਮ। ਹੁਣ ਕਈ ਬੰਦੇ ਕੀ ਕਰੂਗੇ, ਅੱਧਾ ਤਾਂ ਸਮਝਣਾ ਹੀ ਛੱਡ ਦੂਗੇ, ਠੀਕ ਆ, ਕਿ ਕੀ ਕਰਨਾ ਆ ਬਾਈ, ਇਸ ਤੋਂ ਅੱਗੇ ਕੀ ਆਊਗਾ। ਪਹਿਲਾਂ ਇਹਨੂੰ ਲਾਈਨ ਨੂੰ ਪੂਰਾ ਪੜ੍ਹ ਦਿਓ। ਇਮੈਜਿਨ ਫੇਰੀ ਟੇਲਸ, ਫਾਇਰ ਬਰੀਥਿੰਗ ਡਰੈਗਨ ਵਿਦ ਵਿਚਸ, ਸ਼ੀ ਕ੍ਰੀਏਟਿੰਗ ਐਨ ਇਨਹਾਂਸਿੰਗ ਬਰਡ ਆਲਦੋ ਇਜ਼ ਅਵੇਅਰ ਐਂਡ ਫੈਂਟਸੀ ਹੈਲਪਿੰਗ ਹਰ take her first step toward the capacity of creativity, and so it will help important recognition in her adult life। देखो मैजिकल किंगडम, बिल्डिंग ए मैजिकल किंगडम ਇਹਨਾਂ ਲੱਭ ਗਿਆ। may help develop, ਕੀ ਡਿਵੈਲਪ ਕਰਨ ਨੂੰ ਹੈਲਪ ਕਰ ਰਹੀ ਆ, ਇੰਨੀ ਚੀਜ਼ ਸਾਡੀ ਲੱਭ ਗਈ ਬਾਈ, ਲੱਭ ਗਈ। ਉਸ ਤੋਂ ਅੱਗੇ may help develop, ਕੀ ਡਿਵੈਲਪ ਕਰਨ ਨੂੰ ਹੈਲਪ ਕਰ ਰਹੀ ਆ। Imagine fairy tale heroes, she creating and enhancing word, she creating देखो and enhancing, ठीक है, creating and enchanting word although she isn't aware of it। this fantasy is helping her to take her first step toward her capacity for creativity। capacity देखो फर्स्ट स्टैप टुवर्ड हर कैपेसिटी फॉर क्रिएटिविटी, आई थिंक सो क्रिएटिविटी ਇਹਦਾ ਆਨਸਰ ਹੀ ਆ, ਠੀਕ ਆ। ਕਿਉਂਕਿ ਦੇਖੋ ਹੈਲਪ ਟੂ ਡਿਵੈਲਪ, ਹੈਲਪਿੰਗ ਹਰ ਆ ਵਰਡ ਆ ਗਿਆ, ਹੈਲਪ ਡਿਵੈਲਪ, ਹੈਲਪਿੰਗ ਕਰ। ਦੇਖੋ ਇੰਨਾ ਟਾਈਮ ਮੈਂ ਲਗਾਉਂਦਾ ਨਹੀਂ, ਸਿਰਫ ਤੁਹਾਨੂੰ ਸਮਝਾਉਣ ਲਈ ਲਗਾ ਰਿਹਾ ਮੈਂ, ਕਿਉਂਕਿ ਮੈਂ ਇੱਕਦਮ ਮੇਰੇ ਦਿਮਾਗ 'ਚ ਆਇਆ ਕ੍ਰੀਏਟੀਵਿਟੀ ਆ, ਮੈਂ ਲਿਖ ਕੇ ਗਾਹ ਲੰਘ ਜਾਂਦਾ, ਇੰਨਾ ਟਾਈਮ ਨਹੀਂ ਹੁੰਦਾ ਪੇਪਰ ਵਿੱਚ, ਠੀਕ ਆ। this fantasy is helping her take her first step toward her capacity for creativity, ठीक है। ਇਹਦਾ ਆ ਗਿਆ CREATIVITY creativity। okay, board games involve dash and turn taking। ਜਿਹੜੀ ਬੋਰਡ ਗੇਮ ਆ ਉਹ ਕੀ ਇਨਵੋਲਵ ਕਰਦੀ ਆ, ਬੋਰਡ ਗੇਮਸ, ਚਲੋ ਬੋਰਡ ਗੇਮਸ ਲੱਭਦੇ ਆ। ਬੋਰਡ ਗੇਮ ਦਾ ਪਹਿਲਾਂ ਵਰਡ ਲੱਭੋ ਕਿ ਬੋਰਡ ਗੇਮ ਵਾਲਾ ਹੈ ਕਿੱਥੇ, ਆ ਲੋ ਆ ਗਿਆ ਇਹ ਬੋਰਡ ਗੇਮਸ, ਠੀਕ ਹੈ, ਆ ਰਹੇ ਬੋਰਡ ਗੇਮਸ ਇਨਵੋਲਵ ਡੈਸ਼ ਐਂਡ ਟਰਨ ਟੇਕਿੰਗ, ਠੀਕ ਹੈ। ਸ਼ੀ ਲਰਨਿੰਗ ਅਬਾਊਟ ਨੀਡ ਟੂ ਫੋਲੋ ਦੀ ਡੈਸ਼ ਐਂਡ ਟੇਕ ਟਰਨਸ ਵਿਦ ਦਾ ਪਾਰਟਨਰ, ਆ ਲੋ ਜੀ ਟਰਨ ਟੇਕਿੰਗ, ਟੇਕ ਟਰਨਸ ਇੰਨਾ ਲੱਭ ਗਿਆ। ਐਂਡ ਰੂਲਸ, ਬਾਈ ਆਨਸਰ ਦੇਖੋ ਕਿ ਲੱਭਦੇ ਬਾਈ। ਇੱਕ ਚੀਜ਼ ਦਿਮਾਗ ਰੱਖਣਾ, ਰੀਡਿੰਗ ਵਿੱਚ ਜਿਹੜੇ ਆ ਸਾਡੇ ਆ ਨਾ ਫਿਲਪਸ, ਇਹਦੇ 'ਚ ਤੁਸੀਂ ਪੂਰੇ 'ਚੋਂ 8 'ਚੋਂ 8 ਲੈ ਸਕਦੇ ਹੋ। ਤੁਹਾਡੀ ਕਿਸਮਤ ਚੰਗੀ ਹੋਈ ਨਾ ਜੇ ਤੁਹਾਨੂੰ ਆ ਦੇਖੋ ਇਹਦੇ ਵਿੱਚ ਜਿੱਦਾਂ 8 ਇਹ ਆ ਗਏ। ਹੁਣ ਅਗਲੇ 'ਚ ਦੇਖਦੇ ਹਾਂ, ਆਹ ਦੇਖੋ 1 2 3 4 ਇਹ ਆ ਗਏ, ਠੀਕ ਹੈ। ਅੱਛਾ 12 ਹੋ ਗਏ ਸਾਡੇ, 12 ਤਾਂ ਇਹ ਹੋ ਗਏ, 12 13 14 15 16 17, ਦੇਖੋ 17 ਤੁਹਾਡੇ ਫਿਲਪਸ ਆ ਗਏ। 17 ਮਾਰਕਸ ਤੁਹਾਡੇ ਪੱਕੇ ਨੇ, ਠੀਕ ਹੈ। ਹੁਣ ਆਹ ਦੇਖ ਸਕਦੇ ਚਿਲਡਰਨ ਪਲੇ ਪਾਪੂਲੇਸ਼ਨ ਆਫ ਡੈਸ਼ ਹੈਵ ਗਰੋਨ, ਕਿੱਥੇ ਦੀ ਪਾਪੂਲੇਸ਼ਨ ਵਧਣ ਡਈ ਆ, ਠੀਕ ਆ। ਆਹ ਇੰਨੀ ਚੀਜ਼ ਸਾਡੀ ਹੋ ਗਈ। ਆਨਸਰ ਹਮੇਸ਼ਾ ਤੁਹਾਡੇ ਫਿਲਪਸ ਦੇ ਫਸਟ ਪੈਰਾਗ੍ਰਾਫ ਦੇ ਉਹ ਐਵੇਂ ਹੀ ਲੱਭਣੇ ਨੇ, ਸੈਕਿੰਡ ਦੇ ਵੀ ਐਵੇਂ ਹੀ ਲੱਭੂਗੇ, ਥਰਡ ਦੇ ਥੋੜ੍ਹੇ ਉੱਪਰ ਥੱਲੇ ਹੋ ਸਕਦੇ, ਉਹ ਵੀ ਮੈਂ ਤੁਹਾਨੂੰ ਦੱਸੂਗਾ ਕਿਵੇਂ, ਠੀਕ ਹੈ। ਪਾਪੂਲੇਸ਼ਨ ਆਫ ਡੈਸ਼ ਹੈਵ ਗਰੋਨ, ਪਾਪੂਲੇਸ਼ਨ ਦੀ ਗੱਲ ਕਿੱਥੇ ਗਈ ਆ, ਕਿੱਥੇ ਦੀ ਪਾਪੂਲੇਸ਼ਨ ਵਧਣ ਡਈ ਆ। ਪਾਪੂਲੇਸ਼ਨ ਸਾਡੀ ਕਿੱਥੇ ਦੀ ਵਧਣ ਡਈ ਆ, ਆਹ ਦੇਖੋ ਇਹਦੇ ਵਿੱਚ ਤਾਂ ਸਾਨੂੰ 2 ਪੈਰਾ 'ਚ ਨਹੀਂ ਲੱਭਿਆ। ਬਟ ਦੇ ਲਿਵ ਚੇਂਜਿੰਗ ਟਾਈਮ ਡਿਕਲਾਈਨ ਪਲੇ ਨਥਿੰਗ ਆਪ, ਆਹ ਦੇਖੋ ਦੈਟ ਓਵਰ ਹਾਫ ਦਾ ਪੀਪਲ, ਇਹ ਆਪਾਂ ਪਾਪੂਲੇਸ਼ਨ 'ਚ ਹੀ ਆ ਸਕਦਾ। ਆਫ ਡੈਸ਼ ਹੈਵ ਗਰੋਨ, ਹਾਫ ਦੀ ਪੀਪਲ ਇਨ ਦਾ ਵਰਲਡ ਨਾਓ ਲਿਵ ਇਨ ਸਿਟੀਜ਼, the opportunity flee of which exceed almost childhood the become increasing scarce। ਹੁਣ ਦੇਖੋ ਤੁਹਾਨੂੰ ਇਹਦੇ ਵਿੱਚ ਸਿੰਪਲ ਜੀ ਕੋਈ ਚੀਜ਼ ਸਮਝ ਆਈ। ਵੀ ਲਿਵ ਇਨ ਚੇਂਜਿੰਗ ਟਾਈਮ ਐਂਡ
वाइट ब्रीड इन देखो कई वर्ड आ मैनू भी समझ नहीं आते ठीक आ माइंडफुल फॉर वर्ल्ड वाइड डिक्लाइन इन प्ले पॉइंटिंग आउट दैट ओवर हाफ द पीपल इन द वर्ल्ड नाउ लिव इन cities half the people in the world ठीक है population of dash have cities I think cities ही आना ਇਹਦਾ cities ठीक है ਹੁਣ ਤੁਹਾਨੂੰ ਸਮਝ ਆ ਗਿਆ half the people in the world half ਦੀ मतलब population ਹੋ ਗਈ ਭਾਈ half the people in the world ਕੀ ਆਊਗਾ CITIES cities ਚਲੋ ਮੈਂ ਥੋੜੀ ਲਾਈਟ ਜੀ ਕਰ ਦਵਾਂ ਯਾਰ ठीक है cities okay opportunity to free play are limited due to fear of dash increase dash in school ठीक है ਇਹਦਾ ਕੀ ਆ ਸਕਦਾ opportunity of free play ਸਾਡਾ word ਆ free play ਦੇਖੋ ਉੱਥੇ population ਸੀ ਇੱਥੇ ਉਹਨਾਂ ਨੇ ਕੀ ਲਿਖਿਆ half the word in the people in the world ਠੀਕ ਹੈ ਹੁਣ ਦੇਖਦੇ ਹਾਂ opportunity ਆ ਦੋ free play ਆ ਗਿਆ ਸਾਡਾ word free play word ਲੱਭ ਗਿਆ ਠੀਕ ਹੈ which free play which I experience almost every day of my childhood are become increasingly scarce ਕੀ ਹੁੰਦੇ scarce ਸਾਡੇ ਹੋ ਸਕਦੇ ਆ fears of scarce he says outdoor play it's a curtailed by proportion of fear ठीक है fear ਆ ਦੇਖੋ risk fear risk ठीक है देखो synonym यूज़ किया fear of risk to do with traffic ठीक है ਬਾਏ ਪ੍ਰੀਪਰੇਸ਼ਨ ਆਫ ਦੇਖੋ ਇਹਦਾ ਸਿਨੋਨੀਅਮ ਤੁਸੀਂ ਯੂਜ਼ ਕਰਨੇ ਆ ਫੇਅਰ ਹੁੰਦਾ ਮੈਂ ਯਾਰ ਫੇਅਰ ਹੈ ਚੀਜ਼ ਤੋਂ ਠੀਕ ਆ ਇਹ ਆਪਾਂ ਇਹਨੂੰ ਫੇਅਰ ਨੂੰ ਕਹਿ ਸਕਦੇ ਆ ਰਿਸਕ ਟੂ ਡੂ ਵਿਦ ਇਹਦਾ ਹੋਊਗਾ ਟ੍ਰੈਫਿਕ ਫੇਅਰ ਆਫ TRAFFIC ਟ੍ਰੈਫਿਕ ਅੱਗੇ ਕੀ ਆ ਐਜ਼ ਵੈਲ ਐਜ਼ ਪੇਰੈਂਟਸ ਇਨਕਰੀਜ਼ ਵਿਸ਼ ਟੂ ਪ੍ਰੋਟੈਕਟ ਦੇਅਰ ਚਿਲਡਰਨ ਫਰੋਮ ਬੀਇੰਗ ਏ ਵਿਕਟਮ ਆ ਦੇਖੋ ਫੇਅਰ ਆਫ ਕਾਹਦੇ ਕਰਕੇ ਜਿਹੜੇ ਉਹਨਾਂ ਦੇ ਪੇਰੈਂਟਸ ਆ ਇਨਕਰੀਜ਼ ਵਿਸ਼ ਟੂ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਉਹਨਾਂ ਦੇ ਆਪਣੇ ਬੱਚਿਆਂ ਨੂੰ ਵਿਕਟਮ ਬਣਨ ਤੋਂ ਕਿਤੇ ਕ੍ਰਾਈਮ ਦੇ ਫਿਰ ਅੱਗੇ ਆ ਗਿਆ ਕ੍ਰਾਈਮ ਠੀਕ ਹੈ ਉਸ ਤੋਂ ਅੱਗੇ ਲਾਸਟ ਕੀ ਆ ਇਨਕਰੀਜ਼ ਡੈਸ਼ ਇਨ ਸਕੂਲ ਵਿੱਚ ਕੀ ਇਨਕਰੀਜ਼ ਹੋ ਰਿਹਾ ਆ ਇਨ ਫੇਜ਼ਿਸ ਐਂਡ ਅਰਲੀ ਬੈਟਰ ਲਰਨਿੰਗ ਕੰਪੀਟੀਸ਼ਨ ਦੇਖੋ the better which is leading to greater competition in academic learning and school increase dash in school आ देखो which is leading to greater competition in competition हो रहा है ना increasing dash in school which की हो रहा है competition academic learning and school आ देखो साढ़े वर्ड मिल गए देखो ਇਹਦਾ आंसर थोड़ा पहला कर दिता उन्होंने है ना हाँ कॉम्पिटिशन ही आना यस कॉम्पिटिशन ही है 100% ठीक है कॉम्पिटिशन अगे इंटरनेशनल पॉलिसी ऑन चिल्ड्रन प्ले इट इज़ डिफिकल्ट टू फाउंड टू सपोर्ट न्यू पॉलिसीज़ देखो ये चिल्ड्रन प्ले की गल हुई सी ये आ गया पॉलिसीज़ कितने आ गई इंटरनेशनल बॉडीज़ यूनाइटेड यूरोप टू बिगन टू डेवलप पॉलिसीज़ आ देखो पॉलिसीज़ की गल हो गई it is difficult to find dash to support new policy it is difficult to find the children right to play and consider and the leisure facility and but they often lack to the देखो lack की ਹੁੰਦਾ ਘੱਟ it is difficult to find dash to support new policy they often lack in evidence to base policy on lack ਘੱਟ difficult ਤੇ lack ਆਪਾਂ ਇਹਨੂੰ ਇੱਕ ਪ੍ਰਕਾਰ evidence ਆ ਜੂਗਾ ਇਹਦਾ ਠੀਕ ਹੈ एविडेंस ठीक है अगे रिसर्च नीड टू स्टडी द इम्पैक्ट ऑफ प्ले ऑन द रेस्ट ऑफ चिल्ड्रन की चिल्ड्रन की रेस्ट क्या देखो एक नाले ये चीज़ देखो वन वर्ड ही लिख रहा मैं दो वर्ड नहीं लिख रहा हूँ अज का रिसर्च ऑफ चिल्ड्रन रेस्ट ऑफ चिल्ड्रन की है चिल्ड्रन की रेस्ट ऑफ की है देखो मैं वर्ड लभना है जी चिल्ड्रन रिसर्च है एक्सप्लेन द डॉक्टर वी आर इम्पैक्ट ऑन प्ले रियल चैलेंजेस pointing out the same puzzle and how play important it is very little data impact it is on the child later आ देखो impact आ गया साडा impact word ठीक है impact word लग गया ठीक है क्लियर ही है वीडियो it has on the child later and on the rest of life later life ठीक है लेस्ट ऑफ चिल्ड्रन इतने आ जाऊगा लाइफ
साडा जिहड़ा बर्ड आ बाई LIFE लाइफ। ठीक है, एक मिनट यार इहदी लाइट जी वधावां थोड़ा, ईवनिंग दा टाइम लेट ला भी कर्टन सेट सॉरी फॉर दैट इदां ठीक आ। चिल्ड्रन लेटर लाइफ ते आ गया। ठीक है, हुण आपां टाइम वेस्ट ना करते हुए अगले ते चलीए। हुण जिवें आ गया, ਇਹਦੇ ਵਿੱਚ ਵੀ वन वर्ड ओनली ਆ। ਇਹਦੇ ਵਿੱਚ ਆਪਾਂ 23 ਤੋਂ ਲੈ ਕੇ 26 ਤੱਕ ਕਰਨੇ ਆ। ਠੀਕ ਹੈ, ਫਿਰ ਆਪਾਂ ਸਾਰਿਆਂ ਦੇ ਆਨਸਰ ਪਹਿਲਾਂ ਦੇਖਾਂਗੇ, ਐਂਡ ਵਿੱਚ ਮਿਲਾ ਕੇ ਦੇਖਾਂਗੇ ਇਹਦੇ ਬੈਕ 'ਤੇ ਆਨਸਰ ਦਿੱਤੇ ਹੁੰਦੇ ਹਨ। ਪਹਿਲਾਂ ਚਲੋ ਇਹ ਦੇਖਦੇ ਹਾਂ। ਫਸਟ ਬਾਈਕ ਸ਼ੇਅਰਿੰਗ ਸਕੀਮ ਵਾਜ਼ ਆਈਡੀਆ ਆਫ ਡਚ ਗਰੁੱਪ ਪ੍ਰੋਵਨ। ਦ ਪੀਪਲ ਹੂ ਬਿਲੋਂਗ ਟੂ ਦੀ ਗਰੁੱਪ ਵਰ ਡੈਸ਼। ਜਿਹੜੇ ਇਹ ਗਰੁੱਪ ਨਾਲ ਬਿਲੋਂਗ ਕਰਦੇ ਸੀ ਨਾ ਪੀਪਲ, ਉਹ ਕੀ ਆ ਮਤਲਬ। ਠੀਕ ਹੈ, ਹੁਣ ਉਹਨੂੰ ਦੇਖਦੇ ਹਾਂ। ਦ ਪੀਪਲ ਹੂ ਬਿਲੋਂਗ ਟੂ ਦੀ ਗਰੁੱਪ ਵਰ ਡੈਸ਼। ਅੱਛਾ ਚਲੋ ਬਾਈ, ਇਹ ਬਾਈਕ ਸ਼ੇਅਰਿੰਗ ਸਕੀਮ ਅਰਾਊਂਡ ਦਾ ਵਰਡ ਉਹਨਾਂ ਨੇ ਜਿਹੜੀ ਬਣਾਈ ਸੀਗੀ। ਠੀਕ ਹੈ, ਹੁਣ ਦੇਖਦੇ ਹਾਂ ਵਰਡ ਸਾਡਾ ਕੀ ਲੱਭਣਾ ਇਹਦੇ ਵਿੱਚੋਂ। ਦ ਪੀਪਲ ਹੂ ਬਿਲੋਂਗ ਟੂ ਗਰੁੱਪ ਡਚ ਗਰੁੱਪ। ਠੀਕ ਹੈ, ਪਹਿਲਾਂ ਡਚ ਲੱਭੋ ਕਿੱਥੇ ਆ। ਦੀ ਸਕੀਮ ਆਫ ਦੀ ਡੇ ਆ ਦੇਖੋ, ਇੱਕ ਆਹ ਵਰਡ ਲੱਭ ਗਿਆ। ਕਮ ਆਫ ਦੀ ਆਈਡੀਆ ਬਾਜ਼ ਆ ਦੇਖੋ, ਗਰੁੱਪ ਆਫ ਡਚ। ਠੀਕ ਹੈ, ਡਚ ਗਰੁੱਪ ਪ੍ਰੋਵਨ। ਦ ਪੀਪਲ ਹੂ ਬਿਲੋਂਗ ਟੂ ਦਿਸ ਗਰੁੱਪ ਵਰ ਕੀ ਆ। The organization that come up the idea was a group of Dutch activists who wanted to change society. ਜਿਹੜੇ was a group of Dutch activist ਸੀਗੇ ਉਹ। ਠੀਕ ਆ, proven the organization that come up with the idea was a group of Dutch activist group were। ਠੀਕ ਆ, the people who belong to this group were ਕੀ ਆ ਉਹ VISTS। ਦੇਖੋ ਇਹ ਉਹ ਐਕਟੀਵਿਸਟ ਸੀਗੇ ਉਹ ਜਿਹੜੇ ਮਤਲਬ ਕਿ ਇਹ ਗਰੁੱਪ ਨੂੰ ਬਿਲੋਂਗ ਕਰਦੇ ਸੀਗੇ। ਠੀਕ ਆ, ਇਹਦੇ ਵਿੱਚੋਂ ਆਪਾਂ ਸਿਰਫ ਦੇਖੋ ਫਸਟ ਬਾਈਕ ਸ਼ੇਅਰਿੰਗ ਸਕੀਮ ਵਾਜ਼ ਆਈਡੀਆ ਆਫ ਇਹ ਇਹਨਾਂ ਦਾ ਆਈਡੀਆ ਸੀ। ਇੱਥੇ ਦੇਖੋ ਬਾਈਕ ਸ਼ੇਅਰਿੰਗ ਸਕੀਮ ਸਮਰ ਡੇ ਪ੍ਰੂਵਨ ਦਾ ਆਰਗੇਨਾਈਜੇਸ਼ਨ ਕਮ ਆ ਦੇਖੋ ਕਮ ਅਪ ਵਿਦ ਦੀ ਆਈਡੀਆ ਵਾਜ਼ ਗਰੁੱਪ ਆਫ ਡਚ ਐਕਟੀਵਿਸਟ। ਦੇਖੋ ਇਹਦੇ 'ਚ ਥੋੜ੍ਹਾ ਉਹਨਾਂ ਨੇ ਹੌਚ ਪੌਚ ਕਰਕੇ ਆਨਸਰ ਦਿੱਤੇ ਨੇ। ਠੀਕ ਆ, ਐਕਟੀਵਿਸਟ ਸੀਗੇ। ਓਕੇ, ਤੁਹਾਨੂੰ ਸਮਝ ਆ ਰਿਹਾ। ਓਕੇ, ਅੱਗੇ they were concerned about damage to the environment and about dash। ਠੀਕ ਆ, ਹੁਣ environment ਆ ਗਿਆ। they believe that scheme on an answer and ਆ ਦੇਖੋ preserved threat of air pollution ਕੀ ਹੋ ਗਿਆ ਸਾਡਾ environment। ਠੀਕ ਆ, concern about the damage to the environment and about ਇੱਥੇ ਕੀ ਆ they believe scheme which is ठीक है जो भी आ was an answer to the pre-received threat of air pollution and consumerism। ਆਪਾਂ ਇੱਥੇ ਲਿਖਾਂਗੇ air pollution environment ਦੀ damage to the environment air pollution ਇੱਕੋ ਹੀ ਗੱਲ ਹੋ ਗਈ। ਤਾਂ ਇਹਦਾ ਕੀ ਆਊਗਾ and COM। ਬਾਈ ਜਦੋਂ ਤੁਸੀਂ ਨਾ ਰੀਡਿੰਗ ਦੇ ਆਨਸਰ ਲਿਖਣੇ ਆ ਨਾ ਮੇਰੇ ਵੀਰ, ਚੰਗੀ ਤਰ੍ਹਾਂ ਉਹਨਾਂ ਨੂੰ ਮੈਚ ਕਰਕੇ ਲਿਖਿਓ। ਜੇ ਤੁਹਾਡਾ ਇੱਕ ਦਾ ਵੀ ਆਨਸਰ ਦੇ ਵਿੱਚ ਜਿਵੇਂ ਤੁਸੀਂ M ਨਹੀਂ ਪਾਈ ਜਾਂ ਇੱਥੇ S ਮਿਸ ਕਰਤੀ, ਇੱਥੇ R ਨਹੀਂ ਪਾਇਆ, ਤੁਹਾਡਾ ਆਨਸਰ ਸਾਰਾ ਗਲਤ ਕਰ ਦੇਣਾ ਉਹਨਾਂ ਨੇ। ਇੰਨਾ ਟਾਈਮ ਨਹੀਂ ਉਹਨਾਂ ਨੇ ਦੇਖਣਾ। ਠੀਕ ਹੈ ਵੀਰੋ, ਅੱਗੇ ਨੈਕਸਟ ਵਨ। ਐਂਡ ਬਿਲੀਵਿੰਗ ਦੈਟ ਦ ਬਾਈਕ ਸ਼ੇਅਰਿੰਗ ਸਕੀਮ ਬਾਰ ਡਰਾਅ ਅਟੈਂਸ਼ਨ ਟੂ ਦਿਸ ਇਸ਼ੂ ਐਜ਼ ਵੈਲ ਐਜ਼ ਪੇਂਟਿੰਗ ਸਮ ਬਾਈਕ ਵਾਈਟ ਦੇ ਹੈਂਡਡ ਆਊਟ ਡੈਸ਼ ਦੈਟ ਕੰਡਮਡ ਦੀ ਯੂਜ਼ ਆਫ ਕਾਰ। ਠੀਕ ਹੈ, ਮਤਲਬ ਕਿ ਕਾਰ ਦਾ ਯੂਜ਼ ਨੂੰ ਬੰਦ ਕਰਨ ਲਈ ਦੇ ਹੈਂਡਡ ਆਊਟ ਉਹਨਾਂ ਨੂੰ ਕੀ ਫੜਾਇਆ, ਜਿਹਦੇ ਨਾਲ ਉਹ ਮਤਲਬ ਕਿ ਲੋਕਾਂ ਨੂੰ ਦੱਸ ਰਹੇ ਸੀ ਕਿ ਇਹ ਜਿਹੜਾ ਕਾਰਾਂ ਦਾ ਯੂਜ਼ ਕਰਨਾ ਸਹੀ ਨਹੀਂ ਹੈਗਾ। ਠੀਕ ਹੈ, ਅੱਗੇ ਦੇਖਦੇ। ਆਲਸੋ ਡਿਸਟਰੀਬਿਊਟ ਲੀਫਲੇਟਸ ਜੋ ਵੀ ਆ ਇਹ। ਠੀਕ ਹੈ, ਆ ਲਓ ਜੀ ਪੇਂਟਡ ਆ ਦੇਖੋ ਪੇਂਟਡ ਏ ਸਮਾਲ ਨੰਬਰ ਆਫ ਯੂਜ਼ਡ ਬਾਈਕ ਆ ਗਿਆ। ਪੇਂਟਡ ਏ ਸਮ ਬਾਈਕ ਵਾਈਟ ਕਰ ਦਿੱਤੀ। ਦੇ ਹੈਂਡਡ ਆਊਟ। ਠੀਕ ਹੈ, ਦੇ ਆਲਸੋ ਡਿਸਟਰੀਬਿਊਟਡ ਹੈਂਡਡ ਆਊਟ ਇੱਕੋ ਹੀ ਚੀਜ਼ ਹੋ ਗਿਆ। ਕੀ ਦਿੱਤਾ ਆ ਇਹ ਲੀਫ ਫਲੇਟਸ ਕਹਿ ਸਕਦੇ ਹਾਂ ਯਾਰ। ਦੇਖੋ ਮੈਨੂੰ ਇਹਨੂੰ ਕਹਿ ਸਕਦੇ ਹਾਂ ਜਿਹੜੇ ਆਪਾਂ ਪੋਸਟਰ ਜੇ ਨਹੀਂ ਹੁੰਦੇ ਫੜ ਕੇ ਆਪਾਂ ਰੋਡਾਂ 'ਤੇ ਖੜ ਜਿੱਦਾਂ ਕਿ ਇੱਦਾਂ ਨਾ ਕਰੋ, ਇਹ ਚੀਜ਼ ਗਲਤ ਆ, ਪੋਸਟਰਾਂ ਉੱਤੇ ਕੁਛ ਲਿਖਿਆ ਹੁੰਦਾ, ਉਹ ਵਾਲੀ ਚੀਜ਼। ਠੀਕ ਹੈ, ਅੱਗੇ ਕੀ ਲਿਖਿਆ ਉਹਨਾਂ ਨੇ ਦੇਖੋ ਡਿਸਕ੍ਰਾਈਬਿੰਗ ਦੀ ਡੇਂਜਰ ਆਫ ਕਾਰ ਐਂਡ ਲੀਵਿੰਗ ਪੀਪਲ। ਠੀਕ ਹੈ, ਆ ਦੇਖੋ ਡੇਂਜਰ ਉਹਨਾਂ ਨੇ ਆਹ ਚੀਜ਼ ਦੀ ਬਤਾਇਆ ਦੀ ਯੂਜ਼ ਆਫ ਕਾਰ। ਤਾਂ ਇੱਥੇ ਕੀ ਆਊਗਾ ਆ ਦੇਖੋ ਮੈਂ ਸਪੈਲਿੰਗ ਇੱਕ ਕਿੱਥੇ ਕਿਹੜਾ LEAF LETS। ठीक है,
ਦੇਖੋ ਯਾਰ ਸਾਰਾ ਸਾਡਾ ਵਰਡ ਦੇ ਨਾਲ ਹੀ ਆਨਸਰ ਲੱਭ ਰਹੇ ਆ, ਵਰਡ ਦੇ ਨਾਲ ਮੈਚ ਕਰ ਕਰਕੇ ਹੀ ਆਨਸਰ ਲੱਭ ਰਹੇ ਆ। ਥੋੜਾ ਜ਼ੂਮ ਕਰ ਲਓ, ਠੀਕ ਹੈ। ਹੁਣ ਨੈਕਸਟ ਵਨ ਕੀ ਆ, ਹੋਐਵਰ ਦਾ ਸਕੀਮ ਵਾਜ਼ ਏ ਗ੍ਰੇਟ ਸਕਸੈਸ ਮਿਲ ਗਈ ਸੀ ਸਕੀਮ ਨੂੰ, ਇਹ ਵਾਜ਼ ਨਾਟ ਏ ਗ੍ਰੇਟ ਸਕਸੈਸ, ਇਹ ਧਿਆਨ ਨਾਲ ਪੜਿਓ। ਆਲਮੋਸਟ ਐਜ਼ ਕੁਇਕਲੀ ਦਾ ਪ੍ਰੂਵਨ ਲੈਫਟ ਦੀ ਬਾਈਕ ਅਰਾਊਂਡ ਦਾ ਸਿਟੀ ਦੇ ਡੈਸ਼ ਟੁੱਕ ਦੈਮ ਅਵੇ। ਕੌਣ ਉਹਨਾਂ ਨੂੰ ਉੱਥੋਂ ਮਤਲਬ ਕਿ ਜਿਹੜੇ ਉਹ ਕਹਿੰਦੇ ਬਾਈਕਾਂ ਜਿਹੜੀਆਂ ਸੀਗੀਆਂ ਬਾਈਕਸ ਨੂੰ ਸਿਟੀ ਵਿੱਚ ਛੱਡ ਦਿੰਦੇ ਸੀ, ਪਰ ਉਹ ਉਹਨਾਂ ਨੂੰ ਚੱਕ ਕੇ ਪਰੇ ਕਰ ਦਿੰਦੇ ਸੀਗੇ। ਕੌਣ ਪਰੇ ਕਰ ਦਿੰਦੇ ਸੀ ਉਹਨਾਂ ਨੂੰ ਚੱਕ ਕੇ, ਹੈ ਨਾ। ਅੱਗੇ ਪੜ੍ਹੋ, ਇੰਜੀਨੀਅਰ ਲਿੰਕ ਸਾਈਕਲ ਹੈਵਲੀ ਇਨਵੋਲਵ ਰੀਜਨਲ ਸਕੀਮ। ਦੇਖੋ ਪੁਆਇੰਟ ਆਪਾਂ ਲੱਭਣੇ ਆ। and the scheme and the particular when it is come publishing proven aims the struggler to get off the ground the police were opposed the proof in it and almost soon as wide were distributed around the city। देखो they removed them, ठीक है। not success almost proven that bike around the city took them away ਦੇ ਰਿਮੂਵਡ ਦੈਮ। ਕੌਣ ਰਿਮੂਵ ਕਰਦੇ ਸੀ, ਪੜ੍ਹਦੇ ਹਾਂ। ਦੀ ਇੱਕ ਆ ਦੇਖੋ, ਪੁਲਿਸ ਵਰ ਓਪੋਜ਼ਿਟ ਸੀਗੇ, ਇਹ ਵਾਲੀ ਚੀਜ਼ ਤੋਂ ਓਪੋਜ਼ਿਟ ਸੀ ਪੁਲਿਸ ਵਾਲੇ। ਉਹ ਕਰਦੇ ਆਲਮੋਸਟ ਉਹਨਾਂ ਵਾਈਟ ਬਾਈਕ ਵਰ ਡਿਸਟ੍ਰੀਬਿਊਟਡ ਅਰਾਊਂਡ ਦਾ ਸਿਟੀ ਦੇ ਪੁਲਿਸ ਇਹਨਾਂ ਨੂੰ ਚੱਕ ਕੇ ਕਰ ਦਿੰਦੀ ਸੀ। ਦੇਖੋ ਮੈਂ ਸਮਝ ਕੇ ਕੀਤਾ, ਥੋੜ੍ਹਾ ਇਹਨੂੰ ਸਮਝ ਲੈਣਾ ਕਿਹਦੀ ਗੱਲ ਹੋਈ ਆ। ਦੇ ਰਿਮੂਵ ਦੈਮ ਟੁੱਕ ਦੈਮ ਅਵੇ। ਦੇਖੋ ਬਾਈ ਉਹੀ ਚੀਜ਼ ਨੂੰ ਘੁਮਾ ਫਰਾ ਕੇ ਲਿਖਿਆ ਉਹਨਾਂ ਨੇ। ਓਕੇ ਸਮਝ ਆਇਆ ਕੁਛ? ਚਲੋ ਟਾਈਮ ਨਾ ਵੇਸਟ ਕਰਦੇ ਹੋਏ ਅੱਗੇ ਜਾਂਦੇ ਹਾਂ, ਠੀਕ ਹੈ। ਫਨ ਐਟ ਵਰਕ, ਦੇਖੋ ਇਵੇਂ ਕਰਨੇ ਆ ਆਪਾਂ ਕੁਐਸਚਨ, ਠੀਕ ਆ। ਤੁਹਾਡੇ ਜੇ 17 ਦੇ 17 ਠੀਕ ਹੋ ਗਏ ਤਾਂ ਉਸ ਤੋਂ ਅੱਗੇ ਤੁਹਾਡਾ ਕੁਝ ਬਚੇ ਨਹੀਂ, ਉਹ ਵੀ ਮੈਂ ਦੱਸੂਗਾ ਕਿਵੇਂ ਕਰਨਾ। ਹੁਣ ਟਰੂ ਫਾਲਸ ਦਾ ਵੀ ਮੈਂ ਤੁਹਾਨੂੰ ਇੱਕ ਟ੍ਰਿਕ ਦੱਸ ਦਿੰਦਾ, ਵਿੱਚੇ ਹੀ ਦੱਸ ਦਿੰਦਾ, ਠੀਕ ਹੈ। ਬਾਕੀ ਉੱਤੇ ਅਲੱਗ ਤੇ ਮੈਂ ਵੀਡੀਓ ਬਣਾ ਦੂੰਗਾ, ਠੀਕ ਹੈ। ਹੁਣ ਆ ਦੇਖੋ, ਇਹ ਹੁਣ ਸਾਡਾ ਟੌਪਿਕ ਤਾਂ ਪੜ੍ਹ ਲਈਏ ਕੀ ਹੈ ਇਹਦਾ, ਮੋਟੀਵੇਸ਼ਨਲ ਫੈਕਟਰ ਐਂਡ ਹੌਸਪਿਟੈਲਿਟੀ ਇੰਡਸਟਰੀ। ਕਈ ਵਾਰੀ ਤਾਂ ਮੈਨੂੰ ਯਾਰ ਇਹਦਾ ਸਮਝ ਹੀ ਨਹੀਂ ਆਉਂਦਾ ਹੁੰਦਾ ਕੀ ਚੱਲਣ ਡਿਆ। Towns Michael Stepford carried out a research in staff American chain of dash। American chain of ਕਿਹਦੀ chain of dash, ਠੀਕ ਹੈ। ਹੁਣ ਦੇਖਦੇ ਹਾਂ ਪਹਿਲਾ ਵਰਡ ਕੀ ਆ, ਟੌਨ ਮਾਈਕਲ ਐਂਡ ਸਟਾਫੋਰਡ ਕੈਰੀਡ ਆਊਟ ਰਿਸਰਚ। ਇਹਨਾਂ ਨੇ ਕਿਹੜੀ ਕੈਰੀਡ ਆਊਟ ਰਿਸਰਚ ਕੈਰੀ ਕੀਤੀ ਸੀ, ਚਲੋ ਲੱਭੀਏ। ਵਰਡ ਲੱਭਣਾ ਸੀ ਪਹਿਲਾਂ। ਫਨ ਇੰਜੋਇਮੈਂਟ ਵਰਕ ਬੈਲੈਂਸ, ਨਹੀਂ ਇਹ ਥਰਡ ਪੈਸੇਜ ਆ, ਇਹ ਥੋੜ੍ਹਾ ਸਾਡਾ ਔਖਾ ਹੋਊਗਾ, ਠੀਕ ਹੈ। ਇਹਨੂੰ ਧਿਆਨ ਨਾਲ ਦੇਖ ਲਿਓ, ਮੈਂ ਤੁਹਾਡੇ ਨਾਲ ਹੀ ਸੋਲਵ ਕਰੂੰਗਾ ਕਿਉਂਕਿ ਮੈਂ ਕਾਹਲੀ ਨਹੀਂ ਕਰੂੰਗਾ, ਠੀਕ ਹੈ ਨਾ। represent the approach on enable developing drawing of the brain people provide boldly certify them their work in addition may be result in the employee hospital industry। ਦੇਖੋ ਬਈ ਇੱਥੇ ਤੱਕ ਮੈਨੂੰ ਅਜੇ ਤੱਕ ਆਨਸਰ ਨਹੀਂ ਲੱਭਿਆ, ਠੀਕ ਹੈ। ਇੰਪਲੋਏ ਮੋਟੀਵੇਟ ਇੰਪਲੋਏ ਟੂ ਵਰਕ ਟੂਗੈਦਰ ਐਂਡ ਇੰਪਰੂਵ ਸਟੈਕਲ ਪ੍ਰੀਵੈਂਟਿੰਗ ਵੇਟਿੰਗ ਪਰਫਾਰਮੈਂਸ ਇੰਪਲੋਏ। ਚਲੋ ਕੋਈ ਚੱਕਰ ਨਹੀਂ, ਆਪਾਂ ਦੇ ਫਿਰ ਵੀ ਅਸੀਂ ਦੇਖਾਂ ਕਿਉਂਕਿ ਲਾਸਟ ਵਿੱਚ ਸਾਡੇ ਕੋਲ ਟਾਈਮ ਬਹੁਤ ਆ। ਪਹਿਲਾਂ ਆਪਾਂ ਕੀ ਕਰਨਾ, ਆਪਣਾ ਇਹੀ ਵਾਲੀ ਚੀਜ਼ ਨੂੰ ਆਪਾਂ ਸੋਲਵ ਕਰਨਾ ਆ। ਨਹੀਂ ਲੱਭਿਆ, ਠੀਕ ਹੈ। ਮੈਂ ਦੇਖੋ ਮੈਂ ਵਰਡ ਦੇਖਣ ਡਿਆ ਆ, ਠੀਕ ਆ। ਟੌਨ ਮਾਈਕਲਸ ਇਹ ਸਟਾਫੋਰਡ ਕੈਰੀ, ਕਿਹੜੀ ਇਹਨਾਂ ਨੇ ਰਿਸਰਚ ਕਰੀ, ਅਮੈਰੀਕਨ ਚੇਨ। ਇਹ ਅਮੈਰੀਕਨ ਚੇਨ ਵਗੈਰਾ ਵੀ ਮੈਂ ਲੱਭ ਰਿਹਾ ਕਿ ਸਾਨੂੰ ਕੋਈ ਲੱਭ ਜੇ, ਨਹੀਂ ਲੱਭਿਆ। ਤੁਹਾਨੂੰ ਮੈਂ ਇੱਕ ਚੀਜ਼ ਵੀ ਦੱਸਦਾ, ਜਿਹੜਾ ਆਲਮੋਸਟ ਜਿਹੜੇ ਹੁੰਦੇ ਨਾ ਇਹਨਾਂ ਦੇ ਆਨਸਰ ਹੁੰਦੇ ਆ ਸਾਡੇ ਫਿਲਪਸ ਦੇ, ਇਹ ਲਾਸਟ ਵਿੱਚ ਦਿੱਤੇ ਹੁੰਦੇ ਆ ਥਰਡ ਪੈਸੇਜ ਦੇ। ਥਰਡ ਪੈਸੇਜ ਦੇ ਹਮੇਸ਼ਾ ਇੱਥੇ ਆਨਸਰ ਹੁੰਦੇ ਆ। ਮੈਂ ਫਿਰ ਵੀ ਪਰ ਚਲੋ ਮੈਂ ਸ਼ੁਰੂ ਤੋਂ ਚੈੱਕ ਕਰ ਰਿਹਾ ਕਿ ਕੀ ਪਤਾ ਇੱਥੇ ਵੀ ਹੋ ਸਕਦਾ ਆ, ਠੀਕ ਹੈ। ਦੇਖੋ ਨਾਲ ਹੀ ਤੁਸੀਂ ਵੀ ਕਰਿਓ ਇਹਨੂੰ, ਮੈਨੂੰ ਤਾਂ ਲੱਗਦਾ ਨਹੀਂ ਯਾਰ ਪੰਗਾ ਹੀ ਨਾ ਪੈ ਜੇ। ਫੈਕਟਰ ਦੈਟ ਆ ਦੇਖੋ ਆ ਗਿਆ ਵੀ ਆ ਗਿਆ। ਫੋਰ ਐਗਜ਼ਾਮਪਲ ਟੌਨ ਮਿਕਲ ਐਂਡ, ਇਹ ਲੱਭ ਗਈ ਸਾਨੂੰ। ਕੰਡਕਟ ਸਟੱਡੀ ਫੋਕਸਿੰਗ ਔਨ ਸਟਾਫ ਫਰੋਮ ਦੀ ਚੇਨ ਆਫ ਥੀਮਡ ਰੈਸਟੋਰੈਂਟਸ ਇਨ ਯੂਨਾਈਟਡ ਸਟੇਟ। ਉਹ ਵਾਹ ਬਈ ਵਾਹ, ਅਮੈਰੀਕਨ ਚੇਨ ਆਫ ਡੈਸ਼। ਆ ਦੇਖੋ ਆਊਟ ਦੀ ਰਿਸਰਚ ਸਟਾਫ ਇਨ ਦਾ ਅਮੈਰੀਕਨ ਚੇਨ ਆਫ, ਠੀਕ ਹੈ। ਇੰਪੈਕਟ ਆ ਦੇਖੋ, ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਥਰਡ ਪੈਸੇਜ ਆ ਉਹਦਾ ਹਮੇਸ਼ਾ ਤੁਹਾਨੂੰ ਫਿਲਿਪਸ ਦੇ ਆਨਸਰ ਇੰਨੇ 'ਚ ਮਿਲੂਗੇ, ਇੰਨੇ 'ਚ। ਇਹ ਮੈਂ ਫਿਰ ਵੀ ਤੁਹਾਨੂੰ ਚਲੋ ਇੱਕ ਵਾਰੀ ਤੁਸੀਂ ਕ੍ਰੋਸ ਚੈੱਕ ਕਰ ਲੈਣਾ, ਸਕੈਨ ਕਰ ਲੈਣਾ, ਪਰ ਉਹਦੇ ਆਨਸਰ ਇੰਨੇ ਵਿੱਚ ਹੀ ਤੁਹਾਨੂੰ ਮਿਲੂਗੇ ਡੈਫੀਨੇਟਲੀ ਜੇ ਤੁਹਾਡਾ ਟਫ ਆਇਆ ਆ। ਹੁਣ ਜਿੱਦਾਂ ਆ ਦੇਖੋ, ਸਟਾਫ ਫਰੋਮ ਦੀ ਚੇਨ ਆਫ ਥੀਮਡ ਰੈਸਟੋਰੈਂਟਸ, ਚੇਨ ਆਫ
ਚੇਨ ਆਫ ਥੀਮ ਰੈਸਟੋਰੈਂਟਸ, ਵਨ ਵਰਡ ਆ ਇਸ ਕਰਕੇ ਰੈਸਟੋਰੈਂਟ ਆ ਗਿਆ, ਠੀਕ ਹੈ। ਉਸ ਤੋਂ ਅੱਗੇ ਦੇ ਡਿਸਕਵਰਡ that activities designed for staff to have fun improve their, ਕੀ ਇੰਪਰੂਵ ਕਰਨ ਨੂੰ ਐਕਟੀਵਿਟੀਜ਼ ਕਰਦੇ ਸੀ, improve their, ਕੀ ਇੰਪਰੂਵ ਹੋ ਗਈ ਉਹਨਾਂ ਦੀ। it was found that the fun activities all ਹੋ ਗਈ the staff fun improve ਆਦੇ discover that activities designed for staff fun activities ਹੋ ਗਈਆਂ had favorable impact on, ਉਹਨਾਂ ਦੇ ਫੇਵਰੇਬਲ, ਉਹਨਾਂ ਦੇ ਵਧੀਆ improve their ਕੀ performance, ਠੀਕ ਹੈ। ਐਂਡ ਦੈਟ ਮੈਨੇਜਮੈਂਟ ਇਨਵੋਲਵਿੰਗ ਲੀਡ ਟੂ ਲੋਅਰ ਸਟਾਫ ਡੈਸ਼, ਜਿਹੜੀ ਮੈਨੇਜਮੈਂਟ ਆ ਉਹ ਇਨਵੋਲਵਮੈਂਟ ਲੀਡ ਟੂ ਲੋਅਰ ਸਟਾਫ ਨੂੰ ਕੀ ਕਰਦੀ ਸੀ, ਜਿਹੜੇ ਲੋਅਰ ਸਟਾਫ ਆ, ਠੀਕ ਹੈ, ਜਿਹੜੀ ਮੈਨੇਜਮੈਂਟ ਸੀਗੀ ਲੋਅਰ ਸਟਾਫ ਮਤਲਬ ਜਿਹੜੇ ਵਧੀਆ ਨਹੀਂ ਹੈਗੇ ਵਗੈਰਾ, ਠੀਕ ਆ, on the performance। and manager support for fun had a favorable impact on, ਆ ਦੇਖੋ reducing turnover, manager support for fun had a favorable impact in and management involvement lead to lower staff dash on the manager support for fun lead a favorable impact in reduce करता turnover, I think so turnover ही होगा था, that management involved to lead to lower staff turnover। ਕਈ ਵਾਰੀ ਸਾਡੇ ਆਨਸਰ ਯਾਰ ਨਾਲ ਦੇ ਨਾਲ ਇੰਪੈਕਟ ਔਨ ਪਰਫੋਰਮੈਂਸ ਐਂਡ ਮੈਨੇਜਰ ਸਟੋਪ ਸਪੋਰਟ ਫॉर द ਫੇਵਰੇਬਲ ਇੰਪੈਕਟ ਇਨ ਰਿਡਿਊਸਿੰਗ, ਠੀਕ ਹੈ, ਇਨ ਰਿਡਿਊਸਿੰਗ ਐਂਡ ਲੀਡ ਟੂ ਲੋਅਰ ਸਟਾਫ, ਠੀਕ ਹੈ, ਦ ਮੈਨੇਜਮੈਂਟ ਇਨਵੋਲਵਮੈਂਟ ਲੀਡ ਟੂ ਲੋਅਰ ਸਟਾਫ ਟਰਨਓਵਰ। ਓਕੇ, ਦੇ ਆਲਸੋ ਫਾਊਂਡ ਦੈਟ ਦ ਐਕਟੀਵਿਟੀਜ਼ needed to fit with both the company dash and the dash of staff, both the company ਦੇ ਕਿਹਦੇ ਲਈ ਯੂਜ਼ ਹੁੰਦੀ ਆ, a beneficial effect but a framing of the fun and carefully aligned both ਆ ਦੇਖੋ that fun must be carefully aligned with both organization, ਠੀਕ ਹੈ, both company ਨੂੰ ਆਪਾਂ organization ਕਹਿੰਦੇ ਆ, ਠੀਕ ਆ, company ਕੀ ਆਊਗਾ organization, ਆ ਲਓ ਜੀ goals, GOALS goals, okay, goals and employee dash, goals and the dash, देखो employee staff दे दिता की आ employee, आई थिंक सो करैक्टरिस्टिक्स आ गया, देखो मैं स्पैलिंग हम देख रहे हैं CHARACTERISTICS करैक्टरिस्टिक्स, ठीक है। साढ़े फिलअप्स हो गए आ, मैनू 33 मिनट हो गए, चलो 33 मिनट हो गए, मैनू 33 मिनट हो गए वीडियो बनाते नूं। 33 मिनट विचों ला लो मेरे 5 मिनट तो वो सीगे जिहड़े मैं तुहानूं पहलां समझाया है ना। फॉर एग्जाम्पल ला लो 30 मिनट विच मैं 17 फिलअप्स कर लए, 1 2 3 4 5 ए लगा लो, 6 7 8 9 ए लगा लो, 10 11 12 13 14 15 16 17, चलो 17 फिलअप्स मेरे ए हो गए। हुण बई मेरे को टाइम नहीं हैगा, हुण मैं की करा। फॉर एग्जाम्पल हुण जिद्दां साडे यस एंड नो आ, यस नो एंड नॉट गिवन, तो वट वी डू, ओके, इहदे विच आपां की करना आ 32 तो लेके साडे किन्ने तक आ 35 तक। हुण मैनूं इहदे विच एक चीज़ देखनी आ कि बाई नॉट गिवन किहड़ा हो सकदा। 17 नंबर तो मेरे चलो ये पक्के हो गए। ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕੰਪੈਰੀਜ਼ਨ ਹੋਵੇ ਨਾ, ਟਰੂ ਫਾਲਸ ਆ, ਯੈਸ ਨੋ ਆ, ਜੋ ਵੀ ਆ, ਜਿਹਦੇ 'ਚ ਕੰਪੈਰੀਜ਼ਨ ਹੋਵੇ ਉਹਨੂੰ ਆਪਾਂ ਨੋਟ ਗਿਵਨ ਕਰ ਦਾਂਗੇ। ਕੰਪੈਰੀਜ਼ਨ ਕਿਹਦੇ ਵਿੱਚ ਚੱਲਣ ਡਿਆ ਆ, ਹਸਪੀਟੈਲਿਟੀ, ਇੰਪਰੂਵਮੈਂਟ ਆਫ ਦੀ ਕੰਡੀਸ਼ਨ, ਜੋਬ ਸਿਕਿਉਰਿਟੀ, ਮੇਕ ਸਟਾਫ ਸ਼ੁੱਡ ਅਲਾਉ ਟੂ ਚੂਜ਼ ਵੈਨ ਦੇ ਟੇਕ ਬ੍ਰੇਕ ਡਿਊਰਿੰਗ ਦੀ ਵਰਕ ਡੇ। ਸਟਾਫ ਸ਼ੁੱਡ ਅਲਾਉ ਟੂ ਚੂਜ਼ ਵੈਨ, ਜਦੋਂ they take breaks during to work day, human condition of the job नहीं। देखो ये वाली चीज़ भी सानू देखनी पैनी है, ये उन्होंने कंपैरिजन नहीं दसिया, ठीक है, पर ਆਪਾਂ ਕਰ ਸਕਦੇ ਹਾਂ ਕਿ ਜੇ ਇਹ ਸਟੈਪ ਦੇਖੋ, ਇਹ ਪੂਰਾ ਪੜ੍ਹਨ ਦੀ ਲੋੜ ਨਹੀਂ। ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਿਹਦੇ ਵਿੱਚ ਕੰਪੈਰੀਜ਼ਨ ਦਿੱਤਾ ਹੋਵੇ ਨਾ, ਜਿੱਦਾਂ ਫੋਰ ਐਗਜ਼ਾਮਪਲ ਮੋਰ ਓਵਰ ਜਾਂ ਕੁਛ ਹੋਰ ਦਿੱਤਾ ਹੋਵੇ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਥੋੜ੍ਹੇ ਵਰਡ ਜਿਹੇ ਦੱਸਦਾ ਜਿਹਦੇ ਕਰਕੇ ਕੰਪੈਰੀਜ਼ਨ ਸਾਡਾ ਚੱਲ ਸਕਦਾ ਆ, ਠੀਕ ਆ।
ਇੱਕ ਮਿੰਟ ਰੁਕੋ ਮੈਨੂੰ ਸੋਚਣ ਦੀ, ਜਿੱਦਾਂ ਪ੍ਰਪੋਰਸ਼ਨਲ ਕੰਪੈਰਿੰਗ ਲਾਈਕ ਲਾਈਟਰ, ਲੌਂਗਰ, ਲਾਰਜਰ ਦੈਨ, ਠੀਕ ਹੈ, ਟੋਲਰ, ਹਾਈਐਸਟ, ਠੀਕ ਹੈ, ਟੋਲਰ, ਜਿੱਦਾਂ ਜਿਵੇਂ ਕਹਿ ਸਕਦੇ ਹਾਂ ਅਦਿਤੀ ਇਜ਼ ਸਮਾਲਰ ਦੈਨ ਰਾਮ, ਸਮਾਲਰ ਦੈਨ ਉਹ ਨੋਟ ਗਿਵਨ ਹੋਊਗਾ, ਠੀਕ ਹੈ। ਜਿਵੇਂ ਇੱਥੇ ਹੁੰਦਾ ਨਾ ਦਾ ਸਟਾਫ ਵਾਜ਼ ਅਲਾਉਡ ਟੂ ਚੂਜ਼ ਪਰਫੈਕਟ ਸਟਾਫ ਐਜ਼ ਕੰਪੇਅਰ ਟੂ ਦਾ ਯੂ ਨੋ ਦਾ ਲੋਅਰ ਸਟਾਫ, ਠੀਕ ਹੈ, ਐਜ਼ ਕੰਪੇਅਰ ਟੂ ਕੰਪੈਰੀਜ਼ਨ ਹੋ ਗਿਆ, ਉਹਨੂੰ ਆਪਾਂ ਨੋਟ ਗਿਵਨ ਕਹਾਂਗੇ। ਹੋਰ ਦੇਖਦੇ ਕਿਸੇ ਵਿੱਚ ਕੰਪੈਰੀਜ਼ਨ ਹੈ, ਟਰੂ ਫਾਲਸ ਵਗੈਰਾ ਵੀ ਦਿੱਤੇ ਆ ਕਿ ਨਹੀਂ। ਜਿਵੇਂ ਇਹਦੇ ਵਿੱਚ ਦਿੱਤਾ ਪਿਆ ਆ ਇਹ ਪਹਿਲੇ ਵਿੱਚ ਟਰੂ ਫਾਲਸ ਦੇ ਵਿੱਚ ਦੇਖਦੇ ਇਹਦੇ ਵਿੱਚ ਕੋਈ ਕੰਪੈਰੀਜ਼ਨ ਦਿੱਤਾ ਹੈ। Information about the possible medical problem, playing the doll was found the beneficial, girls writing, ਆ ਦੇਖੋ more than boys, ਇਹ definitely not given ਆ, ਠੀਕ ਆ। ਹੋਰ ਦੇਖਦਾ when they have first story of people are new children, ਨਹੀਂ 11th ਸਾਡਾ definitely not given ਆ, ਮੈਂ ਕਹਿ ਸਕਦਾ ਆ ਇੱਕ ਠੋਕ ਕੇ, ਕਿਉਂ more than boys ਕੰਪੈਰੀਜ਼ਨ ਆ ਗਿਆ, ਠੀਕ ਹੈ। ਜਿਹੜੀ ਗਰਲਸ ਆ ਬੈਨੀਫਿਸ਼ੀਅਲ ਰਾਈਟਿੰਗ ਵਿੱਚ ਆ more than boys ਰਾਈਟਿੰਗ ਵਿੱਚੋਂ। ਇਹ 11th ਟੈਸਟ 1, 11th ਟੈਸਟ 1 ਆ ਲੋ ਬਾਈ, ਨੋਟ ਗਿਵਨ ਹੀ ਆ। ਓ ਮਾਈ ਗੋਡ ਬਾਈ, ਇਹ ਟ੍ਰਿਕ ਆ। ਚਲੋ 70 ਤੋਂ ਬਾਅਦ 18 ਤਾਂ ਅਸੀਂ ਫਾਈਨਲ ਕਰ ਲਏ ਆਪਣੇ ਨੰਬਰ, 18 ਹੋ ਗਏ। ਹੁਣ ਅੱਗੇ 90, 20, 21, 22, 23 5 ਸਾਨੂੰ ਇੱਦਾਂ ਦੇ ਚਾਹੀਦੇ ਆ ਜਿਹਦੇ ਕਰਕੇ ਸਾਡਾ ਠੀਕ ਹੋ ਜੇ। ਸਿਰਫ 5 ਨੰਬਰ, 5 ਨੰਬਰ ਵਿੱਚ ਤੁਸੀਂ ਕੀ ਕਰ ਸਕਦੇ ਹੋ। ਫੋਰ ਐਗਜ਼ਾਮਪਲ ਇਹਨਾਂ ਵਿੱਚੋਂ ਤਾਂ ਤੁਸੀਂ ਪਹਿਲਾਂ ਪੜ੍ਹਿਆ ਹੀ ਆ, ਠੀਕ ਆ। ਚਿਲਡਰਨ ਆਰ ਗੁੱਡ, ਸੈਲਫ ਕੰਟਰੋਲ, ਲਾਈਕਲੀ, ਇਹ ਤੁਸੀਂ ਮਿਲ ਕੇ ਉਹਦੇ ਵਿੱਚ ਲੱਭ ਸਕਦੇ, ਤੁਹਾਨੂੰ ਈਜ਼ੀਲੀ ਇਹ ਲੱਭ ਜੂਗੇ। ਤੁਸੀਂ ਬਾਈ 5 ਨੰਬਰ ਨਹੀਂ ਲੈ ਸਕਦੇ, 2 ਇਹਦੇ 'ਚੋਂ ਠੀਕ ਕਰ ਲਏ, ਠੀਕ ਹੈ। 2 ਦੇਖੋ ਤੁਸੀਂ ਕਹੋਗੇ ਕਿ ਬਾਈ ਸੱਚੀ ਗੱਲ ਆ ਤੇਰੀ, ਇੱਕ ਅੱਧਾ ਤੁਹਾਡਾ ਚਲੋ ਇਹਦੇ 'ਚੋਂ ਠੀਕ ਹੋ ਗਿਆ, 2 ਹੀ ਲਗਾ ਲਓ। 4 ਇਹਦੇ ਵਿੱਚੋਂ ਲਾਤਾ ਤੁਸੀਂ ਤੁੱਕਾ, 5 6 ਇਹਦੇ ਵਿੱਚੋਂ ਇੱਕ ਠੀਕ ਹੋ ਗਿਆ, 7 ਇਹਦੇ ਵਿੱਚੋਂ ਵੀ ਤੁਹਾਡਾ ਚਲੋ ਇੱਕ ਠੀਕ ਹੋ ਗਿਆ, 8 ਸਾਨੂੰ ਕਿੰਨੇ ਚਾਹੀਦੇ ਸੀ 5, ਬਾਈ ਤੁਸੀਂ 8 ਕਰ ਲਏ, ਤੁਹਾਡੇ ਨੰਬਰ 6.5 ਤੱਕ ਆ ਜਾਣੇ ਆ, ਠੀਕ ਆ। ਪਰ ਜੇ ਤੁਹਾਨੂੰ ਇੱਦਾਂ ਫਿਲਿਪਸ ਆ ਜਾਣਾ, ਪਹਿਲਾਂ ਜਦੋਂ ਵੀ ਤੁਹਾਨੂੰ ਐਗਜ਼ਾਮੀਨਰ ਪੇਪਰ ਦੇਵੇ ਤੇ ਆਪਣਾ ਇਹ ਚੀਜ਼ ਚੈੱਕ ਕਰਨੀ ਮੈਨੂੰ ਫਿਲਿਪਸ ਕਿੰਨੇ ਆਏ ਨੇ, ਫਿਲਿੰਗ ਇਨ ਦਾ ਬਲੈਂਕਸ, ਠੀਕ ਹੈ। 17 ਆਏ ਨੇ, ਪਹਿਲਾਂ ਉਹਨਾਂ ਨੂੰ ਬਹਿ ਕੇ ਸੋਲਵ ਕਰ ਲਓ। ਜੇ ਤੁਸੀਂ ਆਹ ਚੀਜ਼ ਸੋਲਵ ਕਰ ਲਈ, ਇਹ ਤਾਂ ਮੈਂ ਕਹਿੰਦਾ ਨਾਲ ਲੱਗਦੇ ਕਰ ਲਓ। ਜੇ ਤੁਹਾਨੂੰ ਪਤਾ ਲੱਗੇ ਕਿ ਆਹ ਜਿੱਦਾਂ ਫਿਲਿਪਸ ਬਹੁਤ ਈਜ਼ੀ ਨੇ ਤਾਂ ਆ ਵੀ ਡੈਫੀਨੇਟਲੀ ਬਹੁਤ ਈਜ਼ੀ ਨੇ। ਜੇ ਕੰਪੈਰੀਜ਼ਨ ਆ ਤਾਂ ਅੱਖਾਂ ਬੰਦ ਕਰਕੇ ਬਾਈ ਨੋਟ ਗਿਵਨ ਲਗਾ ਦਿਓ, ਇੰਨਾ ਨਾ ਸੋਚੋ। ਜੇ ਇੱਥੇ ਵੀ ਦਿੱਤਾ ਹੁੰਦਾ ਨਾ ਮੋਰ ਦੈਨ ਔਰ ਹਾਇਰ ਦੈਨ, ਲੈਸ ਦੈਨ, ਲੌਂਗਰ, ਐਜ਼ ਕੰਪੇਅਰ ਟੂ, ਰਾਮ ਇਜ਼ ਲੌਂਗਰ ਦੈਨ ਸ਼ਾਮ, ਤਾਂ ਤੁਸੀਂ ਨੋਟ ਗਿਵਨ ਲਾ ਦੇਣਾ। ਥੱਕ ਗਿਆ ਵੀਰ ਮੈਂ, ਠੀਕ ਹੈ। ਉਸ ਤੋਂ ਅੱਗੇ ਆ ਲਓ ਜੀ MCQs ਪ੍ਰੋਬਲਮ ਆਉਂਦੀ ਹੈ, ਇਹਦੇ ਉੱਤੇ ਵੀ ਮੈਂ ਇੱਕ ਅਲੱਗ ਤੋਂ ਤੁਹਾਨੂੰ ਵੀਡੀਓ ਬਣਾਉਂਗਾ, ਇਹਦੀ ਵੀ ਟਿਪ ਐਂਡ ਟਿਕਸ ਦੱਸੂਗਾ, ਕਿਉਂਕਿ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ। ਸਾਰੀ ਵੀਡੀਓ ਤਾਂ ਮੇਰੀ ਮੈਨੂੰ ਲੱਗਦਾ ਨਹੀਂ ਕੋਈ ਦੇਖਦਾ ਹੋਊਗਾ, ਚਲੋ ਮੈਂ ਫਿਰ ਵੀ ਬਣਾ ਦਿੰਦਾ ਆ। 37 ਮਿੰਟ ਦੀ ਵੀਡੀਓ ਹੋ ਗਈ ਆ। ਚਲੋ ਮੈਨੂੰ ਲੱਗਦਾ ਕਿ ਤੁਹਾਨੂੰ ਕੁਛ ਤਾਂ ਇਹਦੇ ਵਿੱਚੋਂ ਸਮਝ ਆਇਆ ਹੀ ਹੋਊਗਾ, ਠੀਕ ਹੈ। ਇਹ ਸਿਰਫ ਤੁਹਾਨੂੰ ਸਮਝਾਉਣ ਲਈ ਹੀ ਅੱਜ ਮੈਂ ਇਹ ਟੌਪਿਕ ਕੀਤਾ ਸੀਗਾ ਆਪਣਾ, ਠੀਕ ਆ। ਤੇ ਜਿਹਨੂੰ ਸਮਝ ਨਹੀਂ ਆਇਆ, ਕੁਝ ਵੀ ਸਮਝ ਨਹੀਂ ਆਇਆ, ਲੈਟ ਮੀ ਨੋ ਇਨ ਕਮੈਂਟ ਸੈਕਸ਼ਨ ਵਿੱਚ ਮੈਨੂੰ ਜਾ ਕੇ ਦੱਸ ਸਕਦਾ ਹੈ। ਜੇ ਕਿਸੇ ਨੂੰ ਕੋਈ ਵੀ ਇਸ਼ੂ ਆ ਰਿਹਾ, ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ, ਮੈਨੂੰ ਦੱਸ ਸਕਦੇ। ਰੀਡਿੰਗ ਦੇ ਅੱਜ ਰੀਡਿੰਗ ਦੇ ਵਿੱਚ ਲੋਕਾਂ ਨੇ ਮਤਲਬ ਕਿ ਤੁਸੀਂ ਬਹੁਤ ਜ਼ਿਆਦਾ ਮੇਰੇ ਵੀਰੋ ਬੋਰਡ ਪਾਈ ਸੀ, ਤਾਂ ਕਰਕੇ ਮੈਂ ਰੀਡਿੰਗ ਤੇ ਫਿਲਿੰਗ, ਕਿਉਂਕਿ ਇੱਕ ਵੀਰ ਨੇ ਮੈਨੂੰ ਕਿਹਾ ਸੀ ਫਿਲਿੰਗ ਤੇ ਬੁਲਾ, ਫਿਲਿੰਗ ਦੇ ਬਲੈਕਸ ਤੇ ਬਣਾਉਂਗਾ। ਲਿਸਨਿੰਗ ਦੇ ਵੀ ਮੈਂ ਤੁਹਾਨੂੰ MCQ ਤੇ ਬਣਾਉਂਗਾ ਕਿ ਲਿਸਨਿੰਗ MCQ ਤੁਸੀਂ ਕਿਵੇਂ ਮਤਲਬ ਪ੍ਰੂਫ ਚੰਗੀ ਤਰ੍ਹਾਂ ਕਰ ਸਕਦੇ ਹੋ। ਉਹਦੇ ਤੇ ਵੀ ਵੀਰੋ ਡੇ ਬਾਈ ਡੇ ਮੈਂ ਇੱਕ ਵੀਡੀਓ ਪਾ ਰਿਹਾ ਹਾਂ, ਥੋੜ੍ਹਾ ਇਸ ਕਰਕੇ ਟਾਈਮ ਲੱਗ ਰਿਹਾ ਹੈ। ਸੋ ਮੈਨੂੰ ਤੁਹਾਡਾ ਮਤਲਬ ਕਿ ਵੀਡੀਓ ਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਆ, ਤਾਂ ਇਸ ਕਰਕੇ ਥੈਂਕ ਯੂ ਸੋ ਮਚ ਗਾਈਜ਼। ਮਿਲਦੇ ਆ ਨੈਕਸਟ ਵੀਡੀਓ ਦੇ ਉੱਤੇ। ਮੈਨੂੰ ਇੰਸਟਾਗ੍ਰਾਮ ਤੇ ਜ਼ਰੂਰ ਫੋਲੋ ਕਰ ਲਓ, ਠੀਕ ਹੈ। I am ਰੋਜ਼ ਹੀ ਲਿਖਦਾ ਹੈ, ਫੋਲੋ ਤਾਂ ਕੋਈ ਨਹੀਂ ਕਰਦਾ, ਠੀਕ ਹੈ, ਕੋਈ ਚੱਕਰ ਨਹੀਂ। I am ਹੇਮੰਤ ਫਿਟ, ਠੀਕ ਹੈ। ਬਾਕੀ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਮਿਲਦੇ ਆ ਨੈਕਸਟ ਵੀਡੀਓ ਵਿੱਚ, ਉਹਦੇ ਵਿੱਚ ਆਪਾਂ ਰੀਡਿੰਗ ਦੇ MCQs, ਠੀਕ ਹੈ, ਲਿਸਟ ਆਫ ਹੈਡਿੰਗ ਵੀ ਹੋ ਗਈ, ਫਿਲਿੰਗ ਦਾ ਬਲੈਂਕ ਵੀ ਹੋ ਗਏ, ਹੋਰ ਕੀ ਆ ਰੀਡਿੰਗ ਵਿੱਚ, ਇੱਕ ਮਿੰਟ ਦੇਖ ਲਈਏ। ਇੱਕ ਤਾਂ MCQs ਹੋ ਗਏ, ਇੱਕ ਪੈਰਾਗ੍ਰਾਫ ਵਿੱਚ ਪੈਰਾਗ੍ਰਾਫ ਕੰਟੇਨ ਇਨਫੋਰਮੇਸ਼ਨ, ਇੱਕ ਉਹ ਕੰਪਲੀਟ ਕਰਾਂਗੇ, ਠੀਕ ਹੈ। ਫਿਰ ਆਪਾਂ ਯੂਜ਼ ਮੋਰ ਦੈਨ 1 ਲੈਟਰ, ਅੱਜ ਜਿਵੇਂ ਲਿਸਟ ਆਫ ਰਿਸਰਚ, ਇਹ ਵਾਲੀ ਚੀਜ਼ ਨੂੰ ਕੰਪਲੀਟ ਕਰਾਂਗੇ, ਠੀਕ ਹੈ। ਤੁਹਾਡਾ ਤਾਂ ਸਾਰਾ ਯਾਰ ਕਰਾ ਦਾਂਗੇ, ਟੈਨਸ਼ਨ ਨਾ ਲਓ, ਠੀਕ ਹੈ। ਫਿਰ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਬਾਏ ਬਾਏ ਗਾਈਜ਼, ਆਈ ਹੋਪ ਤੁਸੀਂ ਇਹ ਵੀਡੀਓ ਨੂੰ ਵੀ ਉਨਾ ਹੀ ਪਿਆਰ ਦਿਓਗੇ, ਅਤੇ ਥੈਂਕ ਯੂ ਸੋ ਮਚ ਗਾਈਜ਼। ਬਾਏ ਬਾਏ ਗਾਈਜ਼।